ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੇ ਸਿਰ ਦੇ ਉੱਤੇ 1200 ਕਰੋੜ ਰੁਪਏ ਦੇ ਕਰਜ਼ੇ ਦੀ ਪੰਡ ਹੋਰ ਧਰ ਦਿੱਤੀ ਗਈ ਹੈ। ਸਰਕਾਰ ਨੇ ਵਰਲਡ ਬੈਂਕ ਤੋਂ ਪੈਸਾ ਲਿਆ, ਕਿੱਥੇ ਵਰਤਿਆ ਜਾਣਾ ਹੈ, ਕਿਵੇਂ ਵਰਤਿਆ ਜਾਣਾ ਹੈ, ਇਹ ਵੀ ਸਵਾਲ ਨੇ। ਤੇ ਸਵਾਲ ਵੱਡਾ ਇਹ ਵੀ ਆ ਕਿ ਉਹ ਪੈਸਾ ਪੂਰਾ ਕਿੱਥੋਂ ਕੀਤਾ ਜਾਣਾ। ਦੇਖੋ, ਪੂਰਾ ਕਿੱਥੋਂ ਹੋਣਾ ਇਹ ਤੇ ਕੋਈ ਪਤਾ ਹੀ ਨਹੀਂ। ਜੇ ਪੂਰਾ ਹੋਣ ਦਾ ਪਤਾ ਹੋਵੇ ਤੇ ਫਿਰ ਕਰਜ਼ੇ ਕਿਉਂ ਲੈਣ। ਡੁੱਬੀ ਤੇ ਤਾਂ ਜੇ ਸਾਹ ਨਾ ਆਇਆ। ਤੇ ਇਹ ਤੁਸੀਂ ਦੇਖਿਓ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਜਿਸ ਰੇਟ ਨਾਲ ਪੰਜਾਬ ਸਟੇਟ ਦੇ ਸਿਰ ਤੇ ਸਰਕਾਰ ਦੇ ਕਰਜ਼ਾ ਲਗਾਤਾਰ ਪਿਛਲੀਆਂ ਸਰਕਾਰਾਂ 'ਚ ਵੱਧਦਾ ਰਿਹਾ, ਇਹਨੂੰ ਕਹਿੰਦੇ ਆ ਇਕਨੋਮਿਕ ਟਰਮ 'ਚ ਇਨਕਰੀਜ਼ਿੰਗ ਐਟ ਇਨਕਰੀਜ਼ਿੰਗ ਰੇਟ। ਮਤਲਬ ਉਹ ਵੱਧ ਵੀ ਰਿਹਾ, ਪਰ ਹਰ ਵਾਰੀ ਪਿਛਲੇ ਸਾਲ ਨਾਲੋਂ ਜ਼ਿਆਦਾ ਵੱਧ ਰਿਹਾ। ਅੱਗੇ ਤੋਂ ਅੱਗੇ ਉਹਦੀ ਪੰਡ ਦਾ ਦਰ ਵੀ ਵੱਧ ਰਹੀ ਹੈ, ਦਰ ਵੀ ਵੱਧ ਰਹੀ ਹੈ ਤੇ ਟੋਟਲ ਅਮਾਉਂਟ ਵੀ ਵੱਧ ਰਿਹਾ। ਇਹ ਤੇ ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਕਿਤੇ 16 ਕਰੋੜ ਸੀ ਪਹਿਲਾਂ, ਪਿੱਛੇ ਜੇ 5-7 ਸਾਲ ਪਹਿਲਾਂ ਸਾਲ ਦਾ, ਫਿਰ 20 ਕਰੋੜ ਹੋਇਆ। ਮੈਨੂੰ ਲੱਗਦਾ ਇਹ ਛੇਤੀ ਤੁਹਾਡਾ ਸਾਲ ਦਾ 25 ਕਰੋੜ ਹਰ ਸਾਲ। ਤੇ ਜੇ ਖੁਦਾ ਨਾ ਖਾਸਤਾ ਜੇ 5 ਸਾਲ ਇਹ ਕੱਟ ਗਏ ਤੇ ਮੈਨੂੰ ਲੱਗਦਾ ਆ ਕਿ 4 ਲੱਖ ਕਰੋੜ ਤੇ ਸਿਰ ਤੇ ਪੰਡ ਕਰ ਜਾਣਗੇ ਘੱਟੋ ਘੱਟ। ਇਹ ਕਿਉਂਕਿ ਜਿਸ ਕਰਤੂਤਾਂ ਨਾਲ, ਜਿਸ ਕਿਸਮ ਦੀ ਹੁਣ ਤੇ ਉਹ ਇਹਨਾਂ ਦਾ ਜਿਹੜਾ ਵੱਡਾ ਲੀਡਰ ਹੈ ਕੇਜਰੀਵਾਲ, ਰਿਓੜੀਆਂ ਦੇ ਉੱਤੇ ਮਜ਼ਾਕ ਉਡਾ ਰਿਹਾ। ਫਿਰ ਜਦੋਂ ਵੰਡੂਗਾ ਪਤਾ ਲੱਗੂਗਾ ਨਾ ਕਿੰਨਿਆਂ ਨੂੰ ਸ਼ੂਗਰ ਹੋਈ ਤੇ ਕਿੰਨੀਆਂ ਇਹਨਾਂ ਦੀਆਂ ਬੋਰੀਆਂ ਨੂੰ ਚੂਹੇ ਖਾ ਗਏ। ਇਹ ਕਿਉਂਕਿ ਜਦੋਂ ਮਿੱਠਾ ਰੱਖੋਗੇ ਬੋਰੀਆਂ 'ਚ ਇਹਨਾਂ ਤੇ ਚੂਹੇ ਤੇ ਖਾਣਗੇ ਹੀ, ਬੋਰੀਆਂ ਚੁੱਕਣਗੇ ਹੀ। ਇਸ ਕਿਸਮ ਦਾ ਸਾਰਾ ਪਤਾ ਤੇ ਹਿਸਾਬ ਕਿਤਾਬ 5 ਸਾਲ ਪਹਿਲਾਂ ਕੱਢਣ ਫਿਰ ਹੋਊਗਾ, ਨਹੀਂ ਤੇ 2024 ਤੱਕ ਇੱਕ ਪਹਿਲਾ ਪੜਾਅ ਹੈਗਾ, ਉਦੋਂ ਤੱਕ ਵੀ ਕਾਫੀ ਕੁਝ ਆ ਜਾਊਗਾ। ਕਰਜ਼ਿਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ, ਪਰ ਅਫਸੋਸ ਇਹ ਹੈ ਕਿ ਜਿਹੜੀਆਂ ਵੀ ਪਿਛਲੀਆਂ ਸਰਕਾਰਾਂ 15 ਸਾਲਾਂ ਦੀਆਂ ਆਈਆਂ, ਇਹਨਾਂ ਤੋਂ ਪਹਿਲਾਂ ਸਾਰਿਆਂ ਨੇ ਮੋਟਾ ਖੁੱਲਾ ਕਰਜ਼ਾ ਲਿਆ। ਕਿਸੇ ਨੇ ਬਿਲਡਿੰਗਾਂ ਗਿਰਵੀ ਕਰਤੀਆਂ, ਕਿਸੇ ਨੇ ਕੁਛ ਗਿਰਵੀ ਕਰਤਾ, ਜਿਹਦਾ ਜਿੱਥੋਂ ਦਾ ਲੱਗਾ। ਤੇ ਉਹਦੇ ਚੋਂ ਉਸ ਕਰਜ਼ੇ ਦਾ ਜਿਹੜਾ ਵੀ ਕਰਜ਼ਾ ਮਿਲਦਾ ਨਾ ਸੁਖਵਿੰਦਰ, ਉਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਆ ਚੱਕੋ ਥੈਲੀ, ਜਿਸ ਤਰ੍ਹਾਂ ਤੁਹਾਨੂੰ ਆੜਤੀਆ ਦੇ ਦਿੰਦਾ ਜਾਂ ਕੋਈ ਹੋਰ ਬਾਣੀਆਂ ਦੇ ਦਿੰਦਾ ਇਨਫਾਰਮਲ ਕਰਜ਼ਾ, ਵੀ ਭਾਵੇਂ ਤੂੰ ਵਿਆਹ ਕਰਵਾ ਲੈ ਤੇ ਭਾਵੇਂ ਬਲਦਾਂ ਦੀ ਜੋੜੀ ਲੈ ਲੈ ਤੇ ਭਾਵੇਂ ਟਰੈਕਟਰ ਲੈ ਲੈ। ਇਹ ਉਹਦੇ 'ਚ ਕੰਡੀਸ਼ਨ ਨਹੀਂ ਹੁੰਦੀ। ਉਹਨੇ ਤੇ ਕਰਜ਼ਾ ਦੇਣਾ ਤੇ ਕਰਜ਼ਾ ਵਾਪਸ ਲੈਣਾ ਤੇ ਨਾਲ ਲੈਣਾ ਸੂਦ ਖੋਰ ਦਾ ਇੰਨਾ ਇੰਟਰਸਟ। ਇਹ ਜਿਹੜੀ ਇੰਸਟੀਟਿਊਸ਼ਨਲ ਲੋਨ ਹੁੰਦੇ ਆ ਵਰਲਡ ਬੈਂਕ ਦਾ, ਜਿਵੇਂ ਇਹਨਾਂ ਨੇ 1200 ਕਰੋੜ ਕਰਜ਼ਾ ਲਿਆ ਹੁਣੇ, ਉਹਨਾਂ ਦੀਆਂ ਕੰਡੀਸ਼ਨਸ ਹੁੰਦੀਆਂ, ਕਿੰਨਾ ਤੁਸੀਂ ਕਿੱਥੇ ਖਰਚਣਾ ਆ ਗਿਆ ਆ, ਉਹਦੇ 'ਚ ਇਨਫਰਾਸਟਰਕਚਰ ਦਾ ਕਿੱਥੇ ਕਰਨਾ, ਹੋਰ ਇੰਪਰੂਵਮੈਂਟ ਕੀ ਕਰਨੀ ਆ, ਸਸਟੇਨੇਬਲ ਗਰੋਥ, ਉਹ ਵੱਡੀ ਸ਼ਬਦਾਵਲੀ ਹੁੰਦੀ ਆ ਉਹਨਾਂ ਦੀ। ਉਹਦੇ 'ਚ ਕਈ ਕੁਛ ਤੁਸੀਂ ਕਰ ਸਕਦੇ ਆ, ਕਈ ਕੁਛ ਛੱਡ ਸਕਦੇ ਆ। ਇਸ ਤਰ੍ਹਾਂ ਦੀਆਂ ਵੱਡੇ ਲਿਫਾਜੀ ਹੈਗੀ ਆ, ਉਹ ਜੇ ਪੜ੍ਹ ਕੇ ਦੇਖੋਗੇ। ਸਵਾਲ ਇਹ ਹੈ ਕਿ ਇਹਨਾਂ ਨੇ ਆਪਣੀਆਂ ਤਨਖਾਹਾਂ ਜਿਹੜੀਆਂ ਨਹੀਂ ਦਿੱਤੀਆਂ ਜਾਂਦੀਆਂ ਉਹ ਦੇਣੀਆਂ ਆ। ਪਿਛਲੀ ਵਾਰੀ ਹਫਤਾ ਤਨਖਾਹਾਂ ਲੇਟ ਨਹੀਂ ਸੀ ਹੋਈਆਂ ਤੇ ਲੋਕੀ ਫਿਰ ਸੀਖ ਪਾਓ ਹੋ ਗਏ ਸੀ। ਜੇ ਹੁਣ ਅਗਲੀ ਵਾਰ ਦੀ ਤਨਖਾਹ ਫਿਰ ਅਕਤੂਬਰ ਦੀ ਆ ਗਈ ਤੇ ਇਹ ਨਾ ਹੋਏ ਕਿ ਜਿਸ ਤਰ੍ਹਾਂ ਪਿਛਲੇ ਮਹੀਨੇ ਦੀ 7 ਤਰੀਕ ਨੂੰ ਮਿਲੀ, ਪੁਲਿਸ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਹੋਰ ਤੇ ਹੋਰ ਛੱਡੋ। ਕਈ ਬੰਦੇ ਪੁਲਿਸ 'ਚ ਚੰਗੇ ਵੀ ਆ, ਉਹ ਕਹਿੰਦੇ ਪ੍ਰੋਫੈਸਰ ਸਾਹਿਬ ਤੁਸੀਂ ਤੇ ਬੜਾ ਨਿਝੱਕ ਹੋ ਕੇ ਬੋਲਦੇ ਆ, ਸਾਡੀ ਵੀ ਗੱਲ ਅਸੀਂ ਤੇ ਬੋਲ ਨਹੀਂ ਸਕਦੇ, ਪਰ ਤੁਸੀਂ ਸਾਡੇ ਤੇ ਰੱਖੋ। ਇਹ ਪਹਿਲੀ ਵਾਰੀ ਹੋਇਆ ਕਿ ਸਾਡੀ ਤਨਖਾਹ ਰੁਕ ਗਈ। ਉਂਝ ਕਹਿੰਦੇ ਆ ਜੇ ਕੋਈ ਉਹ ਸ਼ਹੀਦ ਹੋ ਜੇ ਔਨ ਡਿਊਟੀ ਤੇ 1 ਕਰੋੜ ਦੇਣਾ। ਆ ਹੁਣੇ ਕਰਤੂਤਾਂ ਇਹਨਾਂ ਦੀਆਂ ਦੇਖ ਲਓ। ਮਨਰੇਗਾ ਦਾ ਵਰਕਰ ਕੰਮ ਕਰਦੇ ਔਨ ਡਿਊਟੀ ਡੈਥ ਹੋ ਗਈ, ਉਹਨੂੰ ਸ਼ਹੀਦ ਨਹੀਂ ਕਹਿੰਦੇ, ਉਹਨੂੰ ਡੈਥ ਕਹਿੰਦੇ ਆ, ਕਿਉਂਕਿ ਉਹ ਤੇ ਦੇਸ਼ ਲਈ ਕੰਮ ਕਰਦਾ ਨਾ। ਇਸ ਲਈ ਉਸ ਨੂੰ ਕਿੰਨੇ ਪੈਸੇ ਦਿੱਤੇ ਤੁਸੀਂ ਅੰਦਾਜ਼ਾ ਲਾਓਗੇ? 25,000, ਸਿਰਫ 25,000 ਰੁਪਇਆ। ਤੇ ਇਹ ਵੀ ਇੱਕ ਹਾਇਰਾਰਕੀ ਹੈਗੀ ਆ। ਮੈਂ ਵਿੱਚੋਂ ਗੱਲ ਆਊਟ ਆਫ ਕੰਟੈਕਸਟ ਥੋੜੀ ਜਿਹੀ ਹੋ ਗਈ ਵੀ ਜੇ ਕਿਸਾਨ ਸੁਸਾਈਡ ਕਰੇ ਤੇ 10 ਲੱਖ, ਮਜ਼ਦੂਰ ਨੂੰ ਕੁਛ ਹੋ ਜੇ ਤੇ 25,000 ਤੋਂ 50,000 ਤੱਕ ਨਿਬੇੜਨਾ, ਤੇ ਜੇ ਕੋਈ ਪੁਲਿਸ ਵਾਲਾ ਕੰਮ ਕਰਦਾ ਸ਼ਹੀਦ ਹੋ ਜੇ ਇਹਨਾਂ ਦੀ ਸ਼ਬਦਾਵਲੀ 'ਚ, ਤੇ ਉਹਨੂੰ 1 ਕਰੋੜ ਰੁਪਇਆ ਦਿੱਤਾ ਜਾਊਗਾ। ਇਹ ਭਈ ਕਿਉਂ? ਕਿਸੇ ਦਾ ਖੂਨ ਜ਼ਿਆਦਾ ਗਾੜਾ ਤੇ ਕਿਸੇ ਦੇ ਖੂਨ ਘੱਟ ਆ, ਵੀ ਇੰਨਾ ਫਰਕ ਕਿਉਂ? ਇਹ ਬਹੁਤ ਕੁਝ ਦੇਖਣ ਨੂੰ ਤੁਹਾਨੂੰ ਸਾਡੀਆਂ ਸਰਕਾਰਾਂ ਦੀਆਂ। ਕਹਿਣਾ ਆਮ ਆਦਮੀ ਦੀ ਸਰਕਾਰ, ਕਹਿਣਾ ਇਹੀ ਹੈ ਕਿ ਅਸੀਂ ਗਰੀਬ ਦੀ ਸਰਕਾਰ, ਭਾਵੇਂ ਉਹ ਕਾਂਗਰਸ ਆ, ਬੀਜੇਪੀ ਆ, ਤੇ ਭਾਵੇਂ ਟੋਪੀ ਵਾਲੇ ਆਮ ਆਦਮੀ ਪਾਰਟੀ ਹੈਗੇ ਆ।
ਇਹੀ ਗੱਲ ਕਿ ਲਾਸਟ ਬੰਦਾ ਸਾਡੀ ਸਭ ਤੋਂ ਪਹਿਲੀ ਪ੍ਰਾਇੋਰਟੀ, ਕਿਉਂਕਿ ਵੋਟਾਂ ਉਹ ਜ਼ਿਆਦਾ ਪਾਉਂਦੇ ਆ, ਉਹ ਝਾੜੂ ਉਦੋਂ ਜ਼ਿਆਦਾ ਚੱਕਦੇ ਆ। ਹੁਣ ਉਹਨਾਂ ਸਾਰਿਆਂ ਨੂੰ ਸੰਭਾਲਣਾ ਕਿਵੇਂ ਆ? ਕਰਜ਼ੇ ਤੇ ਚੱਲੂਗਾ ਕੰਮ, ਕਿਉਂਕਿ ਗਰੀਬ ਕੋਲ ਤੇ ਪੈਸਾ ਪਹਿਲਾਂ ਹੀ ਨਿਚੋੜ ਲਿਆ ਆ, ਉਹ ਤੇ ਇਹਨਾਂ ਨੇ ਜਿਵੇਂ ਪਰਨਾ ਨਿਚੋੜ ਕੇ ਤਾਰ ਤੇ ਪਾਇਆ ਹੁੰਦਾ, ਇਹ ਹਾਲ ਤੇ ਆ। ਇਹ ਜਿਨ੍ਹਾਂ ਕੋਲ ਪੈਸਾ ਹੈਗਾ ਉਹਨਾਂ ਨਾਲ ਸਰਕਾਰਾਂ ਦੀਆਂ ਅਕਸਰ ਯਾਰੀਆਂ ਹੁੰਦੀਆਂ, ਤੇ ਫਿਰ ਪੈਸਾ ਕਿੱਥੋਂ ਆਉਣਾ? ਹੁਣ ਕਰਜ਼ਿਆਂ ਲੈ ਕੇ ਇਹ ਸਰਕਾਰ ਕਿੰਨੇ ਦਿਨ ਚੱਲਦੀ ਆ, ਇਹ ਵੇਖਣ ਵਾਲੀ ਗੱਲ ਆ। ਪਰ ਅਫਸੋਸ ਵਾਲੀ ਗੱਲ ਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਜੇ 1200,000, ਅੱਗੇ ਵੀ ਤੁਹਾਨੂੰ ਪਤਾ 2 ਵਾਰੀ ਥੋੜਾ ਕਰਜ਼ਾ ਇਹਨਾਂ ਨੇ ਲਿਆ, ਬਹੁਤ ਜ਼ਿਆਦਾ ਨਹੀਂ, 1000 ਕਰੋੜੀ ਜਾਂ ਇਸ ਤਰ੍ਹਾਂ ਦਾ ਕੁਝ ਕਰਜ਼ਾ ਇਹਨਾਂ ਨੇ ਪਹਿਲਾਂ ਵੀ ਲਿਆ ਸੀ, ਤੇ ਕਾਫੀ ਰੌਲਾ ਪਿਆ ਸੀ, ਉਦੋਂ ਬਾਅਦ ਬੰਦ ਹੋ ਗਿਆ ਸੀ, ਹੁਣ ਫੇਰ ਆ। ਤੇ ਜਿਹੜਾ ਮੰਤਰ ਕੇਜਰੀਵਾਲ ਜੀ ਪੰਜਾਬ ਦੀਆਂ ਚੋਣਾਂ ਦੇ ਦੌਰਾਨ ਬਾਰ-ਬਾਰ ਹੋ ਕੇ ਬੋਲ ਕੇ ਗਏ ਸੀ, ਅਸੀਂ ਇੱਥੇ ਦਾ ਬਜਟ ਸਰਪਲਸ ਕਰ ਦਿਆਂਗੇ, ਪੈਸੇ ਇੰਨੇ ਇਕੱਠੇ ਕਰ ਦਿਆਂਗੇ, ਆਬਕਾਰੀ ਨੀਤੀ ਚੋਂ, ਰੇਤਾ ਬਜਰੀ ਚੋਂ, ਫੋਰੈਸਟ ਦਾ ਅਸੀਂ ਬਿਲਕੁਲ ਹੋਰ ਸਾਰੀ ਜਿਹੜੀ ਵੀ ਹੀਰਾ ਫੇਰੀ 2 ਨੰਬਰੀ ਕੰਮ ਚੱਲਦੇ ਸਾਰੇ ਬੰਦ ਕਰ ਦਿਆਂਗੇ, ਨਾਲੇ ਅਸੀਂ ਡਰੱਗ ਵੀ ਬੰਦ ਕਰ ਦਿਆਂਗੇ। ਇਹ ਸਾਰਾ ਕੁਝ ਜਦੋਂ ਸਿਸਟਮ ਇੱਕ ਵਾਰੀ ਬਣ ਜਾਊਗਾ, ਇਨ ਪਲੇਸ ਹੋ ਜਾਊਗਾ, ਤੇ ਇੰਨਾ ਖਜ਼ਾਨੇ 'ਚ ਪੈਸਾ ਆ ਜਾਊਗਾ ਕਿ ਹਰਿਆਣੇ ਨੂੰ ਵੀ ਵੰਡ ਦਿਆ ਕਰਾਂਗੇ, ਹਿਮਾਚਲ ਨੂੰ ਵੀ, ਉੱਤਰਾਖੰਡ ਨੂੰ ਵੀ, ਥੋੜਾ ਪੈਸਾ ਪੰਜਾਬ ਤੋਂ ਚਲੇ ਜਾਇਆ ਕਰੂ। ਪੈਸਾ ਤੇ ਦਿਖਦਾ ਨਹੀਂ। ਉਹਨਾਂ ਨੂੰ ਬੋਲੋ, ਬੁਲਾਓ, ਹੁਣ ਚੱਡਾ ਆ ਕੇ ਇੱਥੇ ਰਾਘਵ ਚੱਡੇ ਨੇ ਕੀ ਕਰਨਾ? ਕੇਜਰੀਵਾਲ ਨੂੰ ਬੁਲਾਓ, ਉਹਨੂੰ ਕਹੋ ਵੀ 1 ਮਹੀਨਾ ਰਹੇ ਤੇ ਸਾਨੂੰ ਪੈਸੇ ਪੂਸੇ ਥੋੜੇ ਜਿਹੇ ਪੰਜਾਬ 'ਚ ਕਮਾ ਕੇ ਦੇਵੇ। ਸਵਾਲ ਤਾਂ ਇਹੀ ਹੈ ਨਾ ਕਿ ਪੈਸਾ, ਇਹ ਕਹਿੰਦੇ ਸੀ ਪਹਿਲਾਂ ਚੋਣਾਂ ਤੋਂ ਪਹਿਲਾਂ ਉਂਗਲਾਂ ਤੇ ਗਿਣ ਦਿੰਦੇ ਸੀ ਕਿ ਇੰਨੇ 1000 ਕਰੋੜ ਇਧਰੋਂ ਆਣਾ, ਇੰਨੇ 1000 ਕਰੋੜ ਇਧਰੋਂ ਆਣਾ। ਹੁਣ ਫਿਰ ਲੋਕਾਂ ਨੂੰ ਜਵਾਬ ਦਿਓ ਕਿ ਤੁਹਾਨੂੰ ਕਰਜ਼ਾ ਚੁੱਕਣ ਦੀ ਲੋੜ ਕਿਉਂ ਪੈ ਰਹੀ ਹੈ? ਜੇ ਤੁਹਾਡੇ ਆਉਣ ਨਾਲ ਬਦਲਾਅ ਨਹੀਂ ਆਇਆ, ਮਾਫੀਆ ਨਹੀਂ ਠੱਲ ਸਕੇ ਤੁਸੀਂ, ਤਾਂ ਫਿਰ ਉਹ ਪੈਸਾ ਜਾ ਕਿੱਥੇ ਰਿਹਾ? ਮਾਫੀਆ ਚੱਲ ਰਿਹਾ, ਉਹਨਾਂ ਪੈਸਾ ਉਹਨਾਂ ਨੇ ਕੱਲਿਆਂ ਨੇ ਤਾਂ ਛਕਣਾ ਨਹੀਂ, ਕਿਸੇ ਨਾ ਕਿਸੇ ਤੱਕ ਤਾਂ ਪਹੁੰਚਣਾ ਹੀ ਹੈ, ਤੇ ਜੇ ਉਹ ਪਹੁੰਚਣਾ ਤੇ ਉਹਦੇ ਬਾਰੇ ਵੀ ਥੋੜਾ ਬਹੁਤਾ ਉਧਰਲੇ ਪਾਸੇ ਵੀ ਮੂੰਹ ਖੋਲ ਦਿੱਤਾ ਜਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਪੈਸਾ ਜਾ ਕਿੱਥੇ ਰਿਹਾ। ਪ੍ਰੋਫੈਸਰ ਸਾਹਿਬ, ਇੱਕ ਹੋਰ ਇਹਦੇ ਵਿੱਚ ਸਵਾਲ ਹੈ ਕਿ ਜਦੋਂ ਤੁਸੀਂ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਰਨੀ ਹੈ, ਉਦੋਂ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਉਦੋਂ ਬੋਲਿਆ ਨਹੀਂ ਜਾਂਦਾ। ਬਿਜਲੀ ਸੋਧ ਐਕਟ ਦੀ ਗੱਲ ਚੱਲਦੇ ਹੁਣ ਕੇਂਦਰ ਨੇ ਇੱਕ ਹੋਰ ਲਿਆ ਕੇ ਮਾਰਿਆ, ਕਹਿੰਦੇ ਜਿਹੜੀ ਬਿਜਲੀ ਵੰਡ ਹੈ ਉਹ ਜਿਹੜੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਜਾਣੀ ਹੈ। ਮੇਰੇ ਧਿਆਨ 'ਚ ਆ ਰਿਹਾ ਸੀ, ਮੈਂ ਸਵਾਲ ਅੱਗੇ ਵੀ ਕਰ ਚੁੱਕਿਆ ਕਿ ਅਗਨੀਵੀਰ ਦੇ ਮਸਲੇ ਤੇ ਪਹਿਲਾਂ ਵਿਰੋਧ ਕਰਦੇ ਰਹੇ, ਮੁੜ ਕੇ ਕਹਿਤਾ ਠੀਕ ਹੈ ਅਸੀਂ ਕੇਂਦਰ ਨੂੰ ਸਾਥ ਦੇਣ ਲਈ ਤਿਆਰ ਆ। ਤੇ ਹੁਣ ਕਿਤੇ ਇਹ ਨਾ ਹੋਵੇ ਕਿ ਬਿਜਲੀ ਸੋਧ ਐਕਟ ਦਾ ਵਿਰੋਧ ਕਰਦੇ ਮੁੜ ਕੇ ਕਹਿਣ ਜੀ ਅਸੀਂ ਕੇਂਦਰ ਨੂੰ ਸਾਥ ਦੇਣ ਦੇ ਲਈ ਤਿਆਰ ਬੈਠੇ ਆ। ਨਹੀਂ, ਇਹਨਾਂ ਦਾ ਵਿਰੋਧਤਾ ਤੇ ਬੜੀ ਉੱਪਰੋਂ ਆ। ਉਹਦਾ ਕਾਰਨ ਇਹਦਾ ਇਹ ਹੈ ਕਿ ਜਿਵੇਂ ਕਾਂਗਰਸ ਜਾਂ ਬੀਜੇਪੀ, 2 ਮੁੱਖ ਪਾਰਟੀਆਂ ਕਾਂਗਰਸ ਰਹੀ ਆ ਤੇ ਬੀਜੇਪੀ ਹੈ ਆ ਮੁੱਖ ਪਾਰਟੀਆਂ, ਉਹਨਾਂ ਦਾ ਏਜੰਡਾ ਇੱਕੋ ਹੀ ਹੈ ਕਿ ਦੇਸ਼ ਦੇ ਉੱਤੇ ਆਪਣਾ ਹੋਲਡ, ਰਾਜਨੀਤਿਕ ਕੁੰਡਾ ਕਿਵੇਂ ਮਜ਼ਬੂਤ ਕਰਨਾ, ਮਜ਼ਬੂਤ ਕਿਹਨੂੰ ਲੈ ਕੇ ਕਰਨਾ। ਹੁਣ ਇਹ ਤੇ ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ, ਇਹ ਸਾਡੇ ਸਰੋਤੇ ਵੀ ਤੇ ਦੇਸ਼ ਸਾਰਾ ਦੇਖ ਰਿਹਾ ਕਿ ਪੈਸਾ ਸਾਰਾ ਕਿੱਧਰ ਨੂੰ ਜ਼ਿਆਦਾ ਜਾ ਰਿਹਾ ਆ। ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਏ, ਉਹਨਾਂ ਨੇ ਪ੍ਰਾਈਵੇਟਾਈਜੇਸ਼ਨ ਦਾ ਰੌਲਾ ਪਾਉਣਾ ਹੀ ਪਾਉਣਾ। ਇਹ ਪਹਿਲਾਂ ਹੌਲੀ ਸਪੀਡ 'ਚ, ਧੀਮੀ ਗਤੀ 'ਚ ਚੱਲ ਰਿਹਾ ਸੀ। ਮਨਮੋਹਨ ਸਿੰਘ ਵੇਲੇ, ਉਦੋਂ ਪਹਿਲਾਂ ਵੀ, ਉਦੋਂ ਵਾਜਪਾਈ ਵੇਲੇ ਵੀ, ਉਦੋਂ ਪਹਿਲਾਂ ਦੀਆਂ ਸਰਕਾਰਾਂ ਵੇਲੇ ਵੀ ਚੱਲ ਰਿਹਾ ਸੀ, ਪਰ ਧੀਮੀ ਗਤੀ ਦੇ ਵਿੱਚ ਸੀ। ਇਹਨਾਂ ਆ ਕੇ ਹੋਲਸੇਲ ਦਾ ਕਰਤਾ। ਮੈਂ ਹੁਣੇ ਪੜ੍ਹ ਰਿਹਾ ਸੀਗਾ, ਅਡਾਨੀ ਨੂੰ 12 ਤੇ ਦੇਤੀਆਂ ਬੰਦਰਗਾਹਾਂ, 7 ਦੇਤੇ ਆ ਹਵਾਈ ਅੱਡੇ। ਇਹਦਾ ਨਾਂ ਹੀ ਨਾ ਕਿਤੇ ਅਡਾਨੀਸਤਾਨ ਪੈ ਜੇ, ਭਾਰਤ ਦਾ ਨਾਂ। ਜੇ ਇਸ ਤਰ੍ਹਾਂ ਹੀ ਹੋਇਆ, ਸਾਰਾ ਵੇਚ ਹੀ ਦਿੱਤਾ ਉਹਨੂੰ, ਸਾਰਾ ਕੁਝ ਹੀ ਫੜਾਤਾ, ਚਾਬੀਆਂ ਫੜਾਤੀਆਂ, ਤੇ ਫਿਰ ਉਹ ਇੱਕ ਦਿਨ ਕਹੂਗਾ ਵੀ ਇਹ ਤੇ ਮੇਰੇ ਨਾਂ ਤੇ ਦੇਸ਼ ਚੱਲਣਾ ਚਾਹੀਦਾ, ਭਾਈ ਮੇਰਾ ਨਾਂ ਰੱਖੋ ਇਹਦੇ ਤੇ ਅਡਾਨੀਸਤਾਨ। ਕੱਲੀ ਕੰਪਨੀ ਦਾ ਨਾਂ ਕੀ ਰੱਖੀ ਜਾਓਗੇ? ਫਿਰ ਕੱਲਾ ਹੀ ਸਾਰਾ ਦੇਸ਼ ਹੀ ਜਦੋਂ ਉਹਦਾ ਹੋ ਜੂ ਤੇ ਉਹਦਾ ਹੀ ਨਾਂ ਚੱਲੂਗਾ। ਇੰਨੀ ਪ੍ਰਾਈਵੇਟਾਈਜੇਸ਼ਨ ਦੀ ਅੰਦਰੋਂ ਭੁੱਖ ਤੇ ਗਤੀ ਤੇ ਅਸੀਮਾ, ਕੋਈ ਉਹਦੀ ਸੀਮਾ ਨਹੀਂ ਹੈ, ਅਸੀਮਤ। ਉਸੇ ਹੀ ਪਾਲਿਸੀ ਦੇ ਤਹਿਤ ਇਹ ਤੁਹਾਡਾ ਬਿਜਲੀ ਦਾ, ਆਪਾਂ ਬਹੁਤ ਵਾਰੀ ਅੱਗੇ ਵੀ ਗੱਲ ਕਰ ਚੁੱਕੀ ਆ ਵੀ ਜਿਹੜੇ ਚੀਜ਼ਾਂ ਘਾਟੇ ਬੰਦੀਆਂ, 에ਅਰਲਾਈਨਸ ਘਾਟੇ ਵਾਲੀ ਸੀ, ਟਾਟਾ ਨੂੰ ਦੇਤੀ, ਕੋਈ ਹੋਰ ਚੀਜ਼ ਮੇਨਟੇਨ ਨਹੀਂ ਹੁੰਦੀ, ਘਾਟਾ ਵੀ ਇਹਨਾਂ ਕਰਕੇ ਪਿਆ, ਇਹਨਾਂ ਦੀਆਂ ਸਰਕਾਰ ਦੀਆਂ ਬੇਨਿਯਮੀਆਂ, ਬੇਕਰਤੂਤੀਆਂ ਕਰਕੇ ਪਿਆ, ਕਿਉਂਕਿ ਬਹੁਤ ਸਾਰੇ ਬੰਦੇ ਕਿਤੇ ਆਪਣੇ ਭਰਤੀ ਕਰ ਲਏ ਜਿਹੜੇ ਚਹੇਤੇ ਸੀਗੇ, ਕੰਮ ਨਹੀਂ ਕੀਤਾ ਤੇ ਘਾਟਾ ਪੈ ਗਿਆ। ਜੋ ਉਹੋ ਹੀ ਐਂਟਰਪ੍ਰਾਈਜ਼ ਪ੍ਰਾਈਵੇਟ ਉਹਨੂੰ ਪ੍ਰੋਫਿਟ ਚਲਾਉਂਦਾ, ਸਰਕਾਰ ਨੂੰ ਕੀ ਹੁੰਦਾ? ਘਾਟੇ 'ਚ ਜਾਣ ਕੇ ਲਿਜਾ ਕੇ ਫਿਰ ਉਹਨੂੰ ਸਸਤੇ ਪਾ ਕੌਡੀਆਂ ਦੇ ਵੇਚਦੇ ਆ,
ਤਾਂ ਕਿ ਪ੍ਰਾਈਵੇਟ ਫਿਰ ਉਸ ਤੋਂ ਵੱਡੇ ਨਫੇ ਕਮਾਉਣ। ਇਹ ਤੇ ਚੱਲ ਰਿਹਾ। ਹੁਣ ਬਿਜਲੀ ਵਾਲਾ ਵੀ ਜਿਹੜਾ ਸੁਖਵਿੰਦਰ, ਇਹ ਜ਼ਰੂਰੀ ਨਹੀਂ ਵੀ ਘਾਟੇ ਤੇ ਹੈਗਾ। ਉਸ ਨੂੰ ਆਪ ਚੰਡੀਗੜ੍ਹ ਵਾਲਾ ਦੇਖੋ, ਇਹ ਹੜਤਾਲ ਹੋਈ ਸੀ, ਮੈਂ ਉਹਦੇ ਚ ਸ਼ਾਮਲ ਸੀ। ਚੰਡੀਗੜ੍ਹ ਦਾ ਜਿਹੜਾ ਬਿਜਲੀ ਦਾ ਵਿਤਰਨ ਹੈ ਉਹ ਕੰਪਨੀ ਨੂੰ ਦੇ ਰਿਹਾ, ਜਦ ਕਿ ਚੰਡੀਗੜ੍ਹ ਛੋਟਾ ਜਿਹਾ ਹੈ, ਬਿਲਕੁਲ 10 ਲੱਖ ਪਾਪੂਲੇਸ਼ਨ ਕੀ ਹੁੰਦੀ ਹੈ, ਬਹੁਤ ਛੋਟਾ ਸ਼ਹਿਰ ਹੈ। ਇਸ ਦਾ 250 ਕਰੋੜ ਰੁਪਈਆ ਕਮਾ ਕੇ ਪ੍ਰੋਫਿਟ ਸਰਕਾਰ ਨੂੰ ਦੇ ਰਿਹਾ। ਤੁਹਾਨੂੰ ਪੈਸੇ ਤੁਹਾਡੇ ਢਿੱਡ ਪੀੜ ਕਰਦੇ ਆ ਸਰਕਾਰ ਦੇ ਪੈਸੇ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਉਹ ਪੈਸੇ ਰੱਖੇ ਆਪਣੇ ਕੋਲ, ਪੰਜਾਬ ਚੰਡੀਗੜ੍ਹ ਦੇ ਵੈਲਫੇਅਰ ਲਈ ਵਰਤੇ, ਕਿਉਂਕਿ ਇਹ ਪ੍ਰੋਫਿਟੇਬਲ ਹੈ, ਇਸ ਕਰਕੇ ਪ੍ਰਾਈਵੇਟ ਨੂੰ ਦੇਣਾ। ਹੁਣ ਇਹ ਨਵੀਂ ਜਿਹੜੀ ਦੌਰ ਦੇ ਵਿੱਚ ਆ ਕਿ ਤੇਜ਼ੀ ਨਾਲ ਹਰ ਚੀਜ਼ ਜਿਹੜੀ ਹੈ ਉਹ ਜਾਂ ਤੇ ਸਿੱਧੇ ਢੰਗ ਨਾਲ ਜਾਂ ਅਸਿੱਧੇ ਢੰਗ ਨਾਲ, ਜਾਂ ਤੇ ਤੁਸੀਂ ਮੰਨ ਜਾਓ ਕਿ ਅਸੀਂ ਛੱਡਤਾ ਜੀ ਸਾਰਾ ਕੁਝ, ਜਾਂ ਫਿਰ ਉਹ ਤੁਹਾਨੂੰ ਇਹੋ ਜਿਹਾ ਕਰਜ਼ਾਈ ਕਰਨਗੇ, ਇਹੋ ਜਿਹੇ ਮੋੜ ਤੇ ਖੜਾ ਕਰ ਦੇਣਗੇ ਕਿ ਫਿਰ ਤੁਹਾਡੇ ਕੋਲ ਕੋਈ ਹੋਰ ਚਾਰਾ ਬਚੂਗਾ ਨਹੀਂ। ਤੁਸੀਂ ਹੱਥ ਜੋੜ ਕੇ ਕਹੋਗੇ ਕਿ ਸਾਡਾ ਯਾਰ ਪਿੱਛਾ ਛਡਾ ਦਿਓ, ਅਸੀਂ ਲੱਗੇ ਮਾਰਨ। ਇਹ ਜਿਸ ਤਰ੍ਹਾਂ ਸੂਬਿਆਂ ਤੇ ਕਰਜ਼ਾ ਆ, ਇਹ ਵੀ ਬਾਂਹ ਮਰੋੜਨ ਵਾਲੀ ਗੱਲ ਹੈ। ਇਹ ਨਹੀਂ ਕਿ ਸੂਬੇ ਕੰਮ ਨਹੀਂ ਕਰਦੇ, ਕੋਈ ਕੇਂਦਰ ਦੇ ਕੋਈ ਹਲ ਥੋੜੀ ਚੱਲਦੇ ਆ, ਕੰਮ ਤੇ ਸੂਬਿਆਂ 'ਚ ਹੀ ਹੋ ਰਿਹਾ। ਤੇ ਕੇਂਦਰ ਅਮੀਰ ਹੋਈ ਜਾਂਦਾ, ਸੂਬੇ ਗਰੀਬ ਹੋਈ ਜਾਂਦੇ, ਸੂਬੇ ਕਰਜ਼ਾਈ ਹੋਈ ਜਾਂਦੇ, ਕਿਉਂਕਿ ਸਾਰਾ ਟੈਕਸ ਉੱਥੇ ਤੁਰਿਆ ਜਾਂਦਾ। ਉਹ ਆਪਣਾ ਫੈਸਲਾ ਕਰਦੇ, ਉਹ ਹੀ ਫਿਰ ਦੇਖਦੇ ਆ ਉਡਾਨੀਆਂ ਨੂੰ ਦੇਣਾ ਬੈਂਕਾਂ ਰਾਹੀਂ ਜਾਂ ਕਿਸੇ ਹੋਰ ਨੂੰ ਦੇਣਾ। ਇਹ ਤੁਹਾਡੇ ਸਾਹਮਣੇ ਸਾਰਾ ਇੱਕ ਵੱਡਾ ਫਨੋਮੀਨਾ ਚੱਲ ਰਿਹਾ, ਜਿਹੜਾ ਜਿਸ ਨੂੰ ਆਰਥਿਕ ਧਰੁਵੀਕਰਨ ਕਿਹਾ ਜਾ ਸਕਦਾ, ਕਿ ਬਹੁਤ ਥੋੜੇ ਚੰਦ ਕੁ ਲੋਕਾਂ ਦੇ ਜਿਹੜੇ 10 12 15 ਹੋਣਗੇ, ਉਹਨਾਂ ਦੇ ਹੱਥ ਇੰਨੀ ਧਨ ਦੌਲਤ ਆ ਗਈ ਕਿ ਬਾਕੀ ਸਾਰਾ ਦੇਸ਼ ਜਿਹੜਾ ਉਹ ਇੱਕ ਪਾਸੇ ਗਰੀਬ ਗੁਰਬਾ ਹੁੰਦਾ ਜਾ ਰਿਹਾ। ਉਸੇ ਕੜੀ 'ਚ ਇਸ ਨੂੰ ਬਿਜਲੀ ਦਾ ਜਿਹੜਾ ਐਕਟ ਹੈ ਉਹਨੂੰ ਦੇਖੋ, ਤੇ ਜਿਹੜਾ ਉਹਦਾ ਵਿਤਰਨ ਆ, ਜਿਹੜਾ ਡਿਸਟ੍ਰੀਬਿਊਸ਼ਨ ਆ ਬਿਜਲੀ ਦਾ, ਉਹ ਪ੍ਰਾਈਵੇਟ ਨੂੰ ਦੇਣਾ। ਉਹ ਕਹਿ ਕੀ ਰਹੇ ਆ? ਦੇਖੋ, ਇੱਕ ਤੇ ਗੱਲ ਇਹ ਹੁੰਦੀ ਹੈ ਨਾ ਵੀ ਕੁਝ ਬਹਾਨਾ ਤੇ ਪਾਉਣਾ ਹੀ ਪਊਗਾ ਕਿ ਅਸੀਂ ਕਿਉਂ ਕਰਨਾ ਚਾਹੁੰਦੇ। ਉਹ ਬਹਾਨਾ ਇਹ ਹੈ ਕਿ ਚੋਰੀ ਬੜੀ ਬਿਜਲੀ ਦੀ ਹੁੰਦੀ ਆ, ਬਾਕੀ ਚੋਰੀ ਬੰਦ ਹੋ ਗਈ ਹੈ, ਬਾਕੀ ਕਿਹੜੀ ਚੀਜ਼ ਦੀ ਚੋਰੀ ਨਹੀਂ। ਤੇ ਇਸ ਲਈ ਚੋਰੀਆਂ ਤੇ ਹੈ, ਪਰ ਜਿਹੜੀਆਂ ਚੀਜ਼ਾਂ ਪ੍ਰੋਫਿਟ ਚੱਲਦੀਆਂ ਆ ਉਹਨੂੰ ਜੇ ਤੁਸੀਂ ਇਸ ਕਿਸਮ ਨਾਲ ਇਸ ਬਹਾਨੇ 'ਚ ਕਹਿੰਦੇ ਆ ਕਿ ਚੋਰੀ ਬੰਦ ਕਰਨੀ, ਇਸ ਕਰਕੇ ਪ੍ਰਾਈਵੇਟ ਨੂੰ ਦੇਣਾ, ਉਹ ਮਾੜੀ ਗੱਲ ਹੈ। BSNL ਦਾ ਰੌਲਾ ਪੈ ਚੁੱਕਾ, ਹੋਰ ਕਿੰਨੀਆਂ ਜਿਹੜੇ ਪ੍ਰੋਫਿਟੇਬਲ ਐਂਟਰਪ੍ਰਾਈਜ਼ਸ ਹੈਗੇ ਪਬਲਿਕ ਸੈਕਟਰ ਤੇ, ਜੇ ਤੁਸੀਂ ਉਹਨਾਂ ਦੇ ਵੀ ਪ੍ਰਾਈਵੇਟ ਨੂੰ ਫੜਾਉਂਦੇ, ਇਹਦਾ ਮਤਲਬ ਤੁਹਾਡੀ ਮਨਸ਼ਾ ਠੀਕ ਨਹੀਂ ਹੈ। ਇਹਦਾ ਰਿਜ਼ਲਟ ਪੰਜਾਬ 'ਚ ਬਹੁਤ ਗੰਭੀਰ ਪਊਗਾ। ਇਹਦਾ ਨਤੀਜਾ ਪੰਜਾਬ ਲਈ ਬਹੁਤ ਗੰਭੀਰ ਨਿਕਲੂਗਾ। ਕਾਰਨ 18,000 ਕਰੋੜ ਦੀ ਸਬਸਿਡੀ ਹੈ। ਇਹਨਾਂ ਨੇ ਕਹਿਣਾ ਅਸੀਂ ਤੇ ਆਪਣੇ ਪ੍ਰੋਫਿਟ ਲਈ ਕੰਮ ਕਰਨਾ, ਸਾਰੇ ਮੀਟਰ ਲਵਾਓ, ਨਹੀਂ ਤੇ ਅਸੀਂ ਬਿਜਲੀ ਲੱਗੇ ਬੰਦ ਕਰ। ਆ ਜਿੰਨਾ ਸਰਕਾਰ ਨੂੰ ਕਹਿੰਦੇ, ਸਰਕਾਰ ਦੇ ਹੱਥੋਂ ਗੱਲ ਹੀ ਨਿਕਲ ਜਾਣੀ ਹੈ ਜੀ। ਸਰਕਾਰ ਨੂੰ ਤੇ ਉਨਾ ਚਿਰ ਤੱਕ ਉਹਦੇ ਵਿਰੁੱਧ ਨਾਅਰੇ ਮਾਰੋਗੇ ਨਾ, ਜਿੰਨਾ ਚਿਰ ਤੱਕ ਸਰਕਾਰ ਖੁਦ ਉਹਦੇ 'ਚ ਸ਼ਾਮਲ ਹੈ। ਤੇ ਜੇ ਸਰਕਾਰ ਨੇ ਦੇ ਹੀ ਪ੍ਰਾਈਵੇਟ ਨੂੰ ਦਿੱਤਾ, ਫਿਰ ਪ੍ਰਾਈਵੇਟ ਦੇ ਜਿਸ ਤਰ੍ਹਾਂ ਹੁਣ ਉਹ ਲਾਈਨਮੈਨ ਟਾਵਰਾਂ ਤੇ ਚੜ੍ਹੇ ਆ, ਫਿਰ ਉੱਥੇ ਹੀ ਅੱਧਾ ਦਿਨ ਕੱਟਿਆ ਕਰਨਾ, ਅੱਧਾ ਸਾਲ ਉੱਥੇ ਟਾਵਰਾਂ ਤੇ ਬਹਿਆ ਕਰਨਗੇ। ਬਿਜਲੀ ਵਾਲੇ ਵੀ ਤੇ ਲੋਕ ਵੀ ਚੜਿਆ ਕਰਨਗੇ ਨਾਲ, ਕਿਉਂਕਿ ਲੋਕਾਂ ਨੂੰ ਵੀ ਨਹੀਂ ਬਿਜਲੀ ਮਿਲਣੀ, ਉਹਨਾਂ ਦੀਆਂ ਨੌਕਰੀਆਂ ਜਾਣੀਆਂ। ਇਹ ਹਾਲਾਤ ਪਹਿਲਾਂ ਹੀ ਬਣਦੇ ਜਾ ਰਹੇ ਆ। ਅਫਸੋਸ ਵਾਲੀ ਗੱਲ ਆ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਦਾ ਜਦੋਂ ਇਹੋ ਜਿਹੀ ਗੱਲ ਦੀ ਕੋਈ ਵੀ ਸਟੇਟਮੈਂਟ ਹੁੰਦੀ, ਜਿੰਨਾ ਤਿੱਖਾ ਵਿਰੋਧ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ। ਇਹਦਾ ਮਤਲਬ ਇਹ ਹੈਗਾ ਕਿ ਉਹ ਵਿੱਲੀ ਨੀਲੀ ਜਿਹੜੀ ਤੁਸੀਂ ਸ਼ੱਕ ਪ੍ਰਗਟ ਕੀਤਾ ਕਿ ਕਿਤੇ ਨਾਲ ਹੀ ਨਾ ਹੋ ਤੁਰਨ, ਕਿਉਂਕਿ ਹੈ ਤੇ ਇਹ ਵੀ ਪ੍ਰਧਾਨ ਮੰਤਰੀ ਬਣਨ ਦੇ ਹੀ ਸੁਪਨੇ ਲੈ ਰਹੇ ਆ ਨਾ ਕੇਜਰੀਵਾਲ ਵੀ, ਤੇ ਉਹ ਚੱਲਣਾ ਤੇ ਉੱਥੇ ਹੀ ਉਸੇ ਢਰੇ ਤੇ ਆ, ਕੋਈ ਹੋਰ ਦੂਸਰਾ ਰਸਤਾ ਹੈ ਨਹੀਂ। ਉੱਥੇ ਇਹ ਵੀ ਹੈ ਨਾ ਕਿ ਲੋੜ ਜਿਹੜੀ ਹੈ ਪ੍ਰਾਈਵੇਟ ਖੇਤਰ ਦੀ, ਅਡਾਨੀ ਅੰਬਾਨੀ ਵਰਗਿਆਂ ਦੀ ਵੀ ਰਹਿਣੀ ਹੈ। ਪੈਸਾ ਵੀ ਚਾਹੀਦਾ, ਪ੍ਰਚਾਰ ਵੀ ਕਰਨਾ ਆ। ਉਮੀਦ ਇਹਨਾਂ ਤੋਂ ਇਹ ਕੀਤੀ ਜਾਂਦੀ ਸੀ ਕਿ ਇਹ ਕੋਈ ਵੱਡਾ ਮੋਰਚਾ ਲਾਉਣਗੇ ਤਾਂ ਕਿ ਸਾਡੇ ਵਰਗੇ ਅਸੀਂ ਵੀ ਇਹਨਾਂ ਦੀ ਕਿਤੇ ਨਾ ਕਿਤੇ ਮਿਸਾਲ ਦੇ ਦਈਏ, ਗੱਲ ਕਰ ਲਈਏ ਕਿ ਦੇਖੋ ਜੀ, ਇਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਟੈਂਡ ਲੈ ਕੇ ਅਸੀਂ ਵੀ ਇਹਨਾਂ ਦੇ ਨਾਲ ਆ। ਪਰ ਜਦੋਂ ਗੱਲਾਂ ਇਦਾਂ ਦੀਆਂ ਕਰਨੀਆਂ, ਫਿਰ ਸਵਾਲ ਤਾਂ ਇਹਨਾਂ ਨੂੰ ਪੁੱਛਣੇ ਬਣਦੇ ਨੇ ਕਿ ਤੁਸੀਂ ਕਿਹੜੇ ਰਾਹ ਤੇ ਤੁਰ ਪਏ। ਇਹਨਾਂ ਹਾਲਾਤਾਂ ਦੇ ਵਿੱਚ ਪ੍ਰੋਫੈਸਰ ਸਾਹਿਬ, ਮੇਰਾ ਧਿਆਨ ਜਾਂਦਾ ਕਿ ਕੇਂਦਰ ਸਰਕਾਰ ਜਾਂ ਸੂਬਿਆਂ ਦੇ ਨਾਲ ਧੱਕਾ, ਖਾਸ ਕਰ ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਆ, ਪੰਜਾਬ 'ਚ ਬੈਠੇ ਆ, ਤਾਂ ਪੰਜਾਬ ਦੀ ਗੱਲ ਲਾਜ਼ਮੀ ਹੈ ਕਿ ਪੰਜਾਬ ਦੇ ਨਾਲ ਇੰਨਾ ਵੱਡਾ ਜਦੋਂ ਧੱਕਾ ਹੋਣਾ, ਤੇ ਇਹ ਕਿਹੜੇ ਬਲਬੂਤੇ ਦੇ ਨਾਲ ਕਹਿੰਦੇ ਨੇ ਕਿ ਅਸੀਂ ਭਾਜਪਾ ਜਿਹੜੀ ਆ ਉਹ ਪੰਜਾਬ 'ਚ ਸਰਕਾਰ ਬਣਾ ਜਾਏਗੀ। ਹਾਲਾਂਕਿ ਇਸ ਤਰ੍ਹਾਂ ਇਹ ਖਿਆਲੀ ਪੁਲਾਓ ਨੇ, ਪਰ ਫਿਰ ਵੀ ਕਿਸੇ ਨਾ ਕਿਸੇ ਗੱਲ ਤੇ ਤਾਂ ਮਤਲਬ ਕਿ ਕੋਈ ਨਾ ਕੋਈ ਤਾਂ ਗੱਲ ਇਹਨਾਂ ਕੋਲੇ, ਕੋਈ ਨਾ ਕੋਈ ਮੁੱਦੇ ਇਹੋ ਜਿਹੇ ਹੋਣੇ ਜਿਹਦੇ ਤੇ ਕਹਿੰਦੇ ਨੇ, ਕਿਉਂਕਿ ਕੈਪਟਨ ਸਾਹਿਬ ਦੇ ਜਾਣ ਦੇ ਨਾਲ ਕੋਈ ਬਹੁਤਾ ਹੁੰਗਾਰਾ ਤਾਂ ਮਿਲਦਾ ਦਿਖਦਾ ਨਹੀਂ। ਰਾਜਨੀਤੀ ਦਾ ਸੁਖਵਿੰਦਰ ਗਣਿਤ ਅਲੱਗ ਹੁੰਦਾ। ਉਹ ਜੋ ਗਣਿਤ ਅਸੀਂ ਪੜ੍ਹਦੇ ਹਾਂ 2+2 4 ਜਾਂ 2 ਦੂਣੀ 4,
ਉੱਥੇ 2+2 20 ਵੀ ਹੋ ਜਾਂਦਾ ਤੇ 2+2 0 ਵੀ ਹੋ ਜਾਂਦਾ। ਇਹ ਅਲੱਗ ਕਿਸਮ ਦਾ ਗਣਿਤ ਹੈਗਾ। ਹੁਣ ਤੁਸੀਂ ਮੈਨੂੰ ਕਹਿ ਰਹੇ ਹਾਂ ਕਿ ਉਧਰ ਫਿਰ ਕਿਉਂ ਬੀਜੇਪੀ ਫਿਰ ਭੁੱਲ ਜਾਏ ਪੰਜਾਬ ਦੇ ਵਿੱਚ ਆਪਣੀ ਜੜ ਜਮਾਉਣੀ। ਜੇ ਉਹਨਾਂ ਨੇ ਇਹੋ ਜਿਹੇ ਪੁੱਠੇ ਕੰਮ ਕਰਨੇ ਆ, ਇਹੋ ਜਿਹੇ ਕਾਨੂੰਨ ਲਿਆ ਕੇ ਲੋਕਾਂ ਦੀ ਬਿਜਲੀ ਵੀ ਗੁੱਲ ਕਰਨੀ ਆ, ਘਰਾਂ 'ਚ ਬੱਤੀਆਂ ਗੁੱਲ ਕਰਨੀਆਂ, ਬੰਬੀਆਂ ਬੰਦ ਕਰਨੀਆਂ, ਟਿਊਬਲਾਂ ਤੇ ਮੀਟਰ ਲਾਉਣੇ ਆ, ਤੇ ਫਿਰ ਉਹ ਭੁੱਲ ਜਾਣ। ਇਹ ਗੱਲ ਤੁਹਾਡੀ ਠੀਕ ਹੈ। ਜੇ ਤੇ ਇੱਥੇ ਤੇਜ਼ੀ ਨਾਲ ਲਾਗੂ ਹੁੰਦਾ ਤਾਂ ਪਹਿਲਾਂ ਇਹਦਾ ਟਾਰਗੇਟ ਆਮ ਆਦਮੀ ਪਾਰਟੀ ਹੋਊ, ਬੀਜੇਪੀ ਥੋੜੀ ਹੋਊਗੀ, ਕਿਉਂਕਿ ਇਹਨਾਂ ਦੇ ਰਾਜ ਵਿੱਚ ਹੋ ਰਿਹਾ। ਲੋਕਾਂ ਨੇ ਕਹਿਣਾ ਕਿ ਤੁਸੀਂ ਰੋਕੋ ਇਹਨੂੰ, ਅਸੀਂ ਤੁਹਾਡੇ ਨਾਲ ਆ। ਜਿਸ ਤਰ੍ਹਾਂ ਕਾਂਗਰਸ ਨੂੰ ਅੱਗੇ ਕੀਤਾ ਸੀ, ਕੈਪਟਨ ਨੂੰ ਅੱਗੇ ਕੀਤਾ ਸੀ, ਤਿੰਨੇ ਕਾਲੇ ਕਾਨੂੰਨਾਂ ਵੇਲੇ ਅਸੈਂਬਲੀ 'ਚ ਮਤਾ ਪਾਸ ਕਰਾਇਆ ਸੀ, ਨਾਲ ਉਹਨਾਂ ਤੋਂ ਦਸਖਤ ਲਏ ਸੀ ਵੀ ਹਾਂ ਅਸੀਂ ਤੁਹਾਡੇ ਨਾਲ ਹੈਗੇ ਆ। ਉੱਥੇ ਜਾ ਕੇ ਬਿੱਟੂ ਹੁਣੀ ਬੈਠੇ ਵੀ ਰਹੇ, ਤੁਹਾਨੂੰ ਯਾਦ ਆ ਨਾ, MP ਜਿਹੜੇ ਆ ਧਰਨੇ ਤੇ ਵੀ ਕਿੰਨੀ ਕਿੰਨੀ ਦੇਰ ਬੈਠੇ ਰਹੇ ਕਿਸਾਨਾਂ ਦੇ ਹੱਕ 'ਚ। ਇਸ ਕਿਸਮ ਦੀ ਉਮੀਦ ਇਹਨਾਂ ਤੋਂ ਹੋਊਗੀ ਜਿਹੜੀ ਹੁਣ ਵਾਲੀ ਸਾਡੀ ਰਾਜ ਕਰਦੀ ਪਾਰਟੀ ਆ, ਆਮ ਆਦਮੀ ਪਾਰਟੀ। ਇਸ ਲਈ ਜੇ ਤੇ ਡਟ ਜਾਂਦੇ ਆ ਫਿਰ ਤੇ ਠੀਕ ਹੈ ਕਿ ਦਿੱਲੀ ਦੇ ਵਿਰੁੱਧ ਹੋਊਗਾ ਰਲ ਕੇ। ਤੇ ਜੇ ਇਹ ਦੱਬੂ ਜੇ ਬਣੇ ਰਹਿਣਗੇ ਭਿੱਜੀ ਬਿੱਲੀ ਵਾਂਗੂ, ਤਾਂ ਫਿਰ ਗੁੱਸਾ ਜਿਹੜਾ ਪਹਿਲਾਂ ਤੇ ਇੱਥੇ ਹੀ ਝੜੂਗਾ, ਇੱਥੇ ਮੋਰਚਾ ਲੱਗੂਗਾ। ਦਿੱਲੀ ਨੂੰ ਸਬਕ ਸਿਖਾਉਣ ਦਾ ਫਿਰ ਅਗਲਾ ਸਟੈਪ ਹੋਊਗਾ ਕਿ ਕੀ ਕਰਨਾ ਕੀ ਨਹੀਂ ਕਰਨਾ। ਇਸ ਕਰਕੇ ਨਹੀਂ ਬੀਜੇਪੀ ਨੂੰ ਲੋਕ ਲਿਆਉਣਗੇ ਕਿ ਬੀਜੇਪੀ ਉਹਨਾਂ ਦੀ ਫਸਟ ਚੁਆਇਸ ਹੈ, ਜਾਂ ਬੀਜੇਪੀ ਬਗੈਰ ਉਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਆਉਂਦੀ। ਇਹ ਨਹੀਂ ਹੈਗਾ। ਉਹਨਾਂ ਨੂੰ ਇੰਨੀ ਬੇਭਰੋਸਗੀ ਆਪਣਿਆਂ ਤੇ ਹੋਈ ਹੋਈ ਆ ਕਿ ਕਿਸੇ ਵੀ ਬਗਾਨੇ ਨੂੰ ਇੱਥੇ ਵਾੜਨ ਵਾਲੀ ਗੱਲ ਹੋਈ ਆ। ਬਿਲਕੁਲ ਉਸੇ ਤਰੀਕੇ ਨਾਲ ਅੰਗਰੇਜ਼ ਆਪਣੇ ਬਲਬੂਤੇ ਨਹੀਂ ਆਏ, ਇੱਥੇ ਵਿੱਚ ਹੀ ਬੈਠੇ ਸੀ ਦੇਸ਼ ਦੇ ਉਹਨਾਂ ਦਾ ਵੈਲਕਮ ਕਰਨ ਲਈ ਢੋਲ ਵਜਾ ਕੇ, ਖਾਸ ਕਰਕੇ ਰਾਜੇ ਮਹਾਰਾਜੇ, ਕਿ ਆ ਜਾਓ ਸਾਡੇ ਕੋਲ ਨਹੀਂ ਚੱਲਦਾ, ਆ ਕੇ ਕਬਜ਼ਾ ਕਰੋ ਤੇ ਨਾਲੇ ਤੁਸੀਂ ਮੌਜਾਂ ਕਰੋ ਤੇ ਨਾਲੇ ਸਾਨੂੰ ਮੌਜਾਂ ਕਰਾਓ। ਇਹੀ ਹੋਇਆ। ਹੁਣ ਵੀ ਇਸੇ ਤਰ੍ਹਾਂ ਹੀ ਜਿਹੜਾ ਰਾਜ ਦਾ ਜਿਹੜੀ ਸੱਤਾ ਦਾ ਆ, ਕਿ ਜਦੋਂ ਇਹ ਜਿਹੜੀਆਂ ਪਾਰਟੀਆਂ ਰਵਾਇਤੀ ਆ ਇਹ ਇੰਨੀਆਂ ਬੇਸੂਲੀਆਂ ਹੋ ਗਈਆਂ, ਇੰਨੀਆਂ ਉਹਨਾਂ 'ਚ ਕਈ ਜਗ੍ਹਾ ਤੇ ਕਮੀਨਾਪਣ ਆ ਚੁੱਕਾ ਆ ਕਿ ਇੰਨੀ ਬੇਭਰੋਸਗੀ ਜਦੋਂ ਲੋਕਾਂ ਦੀ ਹੁੰਦੀ ਆ, ਉਹ ਕਹਿੰਦੇ ਫਿਰ ਜਦ ਕੋਈ ਆ ਜਾਏ ਫਿਰ ਕੀ ਆ, ਇਹੋ ਜਿਹਾ ਹੀ ਕੁਝ ਹੋਣਾ, ਫਿਰ ਤੁਸੀਂ ਡਬਲ ਇੰਜਣ ਹੀ ਲੈ ਲਓ। ਇਸ ਕਰਕੇ ਜਦੋਂ ਬੀਜੇਪੀ ਦਾ ਮਾੜਾ ਮੋਟਾ ਇੱਥੇ ਪੈਰ ਲੱਗਦਾ, ਉਹ ਇਕੱਲੇ ਨਹੀਂ ਹੋਣਗੇ। ਐਤਕੀ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹ ਫਿਰ ਦੁਬਾਰਾ 9 ਮਾਰਚ ਦਾ ਰਿਸ਼ਤਾ ਬਣਾਉਣਗੇ। ਪਰ ਐਤਕੀ ਇਹ ਹੋਊਗਾ, ਲੱਗਦਾ ਮੈਨੂੰ ਇਹ ਹੈ ਕਿ ਜੇ ਇਸ ਪਾਸੇ ਨੂੰ ਗੱਲ ਚੱਲੀ ਤਾਂ ਬਿਗ ਬ੍ਰਦਰ ਜਿਹੜਾ ਵੱਡਾ ਭਰਾ ਉਹ ਬੀਜੇਪੀ ਹੋਊਗੀ, ਤੇ ਅਕਾਲੀ ਦਲ ਇਸ ਵੇਲੇ ਛੋਟਾ ਭਰਾ ਹੋਊਗਾ। ਜਿਹੜਾ ਸੰਗਰੂਰ ਦੀ ਸੀਟ ਨੇ ਦੱਸਤਾ ਕਿ ਬੀਜੇਪੀ ਦੀਆਂ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਵੋਟਾਂ ਅਕਾਲੀ ਦਲ ਨਾਲੋਂ ਜ਼ਿਆਦਾ ਸੀ, ਉਸ ਦੀ ਉਹ ਉਦਾਹਰਨ ਵੀ ਦੇਣਗੇ। ਜੀ, ਉਹ ਦਿੱਲੀੋਂ ਚੱਲੇ ਹੋਏ ਨੇ। ਵੈਸੇ ਕੇਂਦਰੀ ਜਿਹੜੀ ਸਰਕਾਰ ਹੈ, ਜਾਂ ਕਹਿ ਲਓ ਕਿ ਕੇਂਦਰੀ ਤਾਕਤਾਂ ਜਿਹੜੀਆਂ ਨੇ, ਉਹਨਾਂ ਨੇ ਹਰਿਆਣੇ 'ਚ ਆ ਕੇ ਡੇਰਾ ਪਾ ਲਿਆ। ਦਿੱਲੀ ਦੇ ਵਿੱਚ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਹਸ਼ਰ ਹੋਇਆ, ਅਕਾਲੀ ਦਲ ਨੂੰ ਉੱਥੇ ਮੂੰਹ ਦੀ ਖਾਣੀ ਪਈ। ਇੱਧਰ ਹੁਣ ਹਰਿਆਣੇ ਵਾਲੀ ਕਮੇਟੀ ਦਾਦੂਵਾਲ ਸਾਹਿਬ ਦੇ ਹੱਥਾਂ 'ਚ ਚਲੀ ਗਈ। ਹੁਣ ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਸੀਂ ਫੇਰ ਇਹਨੂੰ ਕਹਿੰਦੇ ਰਿਵਿਊ ਪਟੀਸ਼ਨ ਪਾ ਕੇ ਚੁਣੌਤੀ ਦੇਵਾਂਗੇ। ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਪਰ ਸਵਾਲ ਇੱਥੇ ਇਹ ਵੀ ਉੱਠਣ ਲੱਗ ਗਿਆ ਕਿ ਹੁਣ ਕੀ ਚੰਡੀਗੜ੍ਹ ਦੀ ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਗਵਰਨਰ ਸਾਹਿਬ ਕੋਈ ਰੂਲ ਉੱਥੇ ਲਾਗੂ ਕਰ ਦੇਣ, ਜਾਂ ਉੱਥੇ ਵੀ ਇੱਕ ਵੱਖਰੀ ਕਮੇਟੀ, ਜਾਂ ਹਿਮਾਚਲ 'ਚ ਜਾਂ ਜਿੰਨੇ ਭਾਰਤ ਦੇ ਸੂਬੇ ਨੇ ਸਾਰੇ ਥਾਵਾਂ ਦੇ ਉੱਤੇ ਵੱਖੋ ਵੱਖਰੀਆਂ ਕਮੇਟੀਆਂ ਬਣ ਜਾਣ, ਆਪੋ ਆਪਣੀ ਟੱਲੀ ਹਰ ਕੋਈ ਵਜਾਏ, ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਉਹ ਸਾਰਾ ਕੁਝ ਆ ਉਹ ਸਿਰਫ ਪੰਜਾਬ ਤੱਕ ਸੀਮਤ ਰਹਿ ਜੇ। ਤੇ ਇਹਨਾਂ ਹਾਲਾਤਾਂ 'ਚ ਕਿਹਾ ਜਾ ਰਿਹਾ ਕਿ ਹੁਣ SGPC ਜਿਹੜੀ ਆ ਉਹ ਬਾਦਲਾਂ ਦੇ ਗਲਬੇ ਹੇਠ ਆ। ਇਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਣੀ ਚਾਹੀਦੀ ਆ। ਦੇਖੋ, ਇਹ ਬਹੁਤ ਸਾਰੀ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਇਹ ਬਹੁਤ ਅਹਿਮ ਮੁੱਦਾ ਤੁਸੀਂ ਛੇੜਿਆ। ਇਹਦੇ ਤੇ ਥਾਰੋ ਰਿਵਿਊ ਦੀ ਲੋੜ ਹੈਗੀ। ਕੀ ਸਾਨੂੰ ਜਿਹੜਾ SGPC ਐਕਟ ਬਣਿਆ, ਅੰਗਰੇਜ਼ਾਂ ਨੇ ਬਣਾਇਆ, ਆਪਣੇ ਮਕਸਦ ਲਈ ਬਣਾਇਆ, ਆਪਣੀ ਸਹੂਲੀਅਤ ਲਈ ਬਣਾਇਆ, ਕੀ ਉਹਦੀ ਸਾਨੂੰ ਲੋੜ ਹੈਗੀ ਆ? ਜੇ ਲੋੜ ਹੈਗੀ ਆ ਤੇ ਕਿਸ ਰੂਪ 'ਚ ਲੋੜ ਹੈਗੀ ਆ? ਤੁਸੀਂ ਛੋਟੀਆਂ ਗੱਲਾਂ ਦੇਖੋ, ਬੜਾ ਮੋਟੇ ਤੌਰ ਤੇ ਨਿਗਾਹ ਮਾਰੋ ਵੀ ਕੈਥੋਲਿਕ ਕਿੱਡਾ ਵੱਡਾ ਧਰਮ ਹੈਗਾ, ਉਹ ਪੋਪ ਉਹਨਾਂ ਦਾ ਹੈਡ ਹੈ। ਸਾਰੀ ਦੁਨੀਆ ਦੇ ਵਿੱਚੋਂ ਥੱਲੇ ਤੱਕ ਉਹਨਾਂ ਦੀਆਂ ਬ੍ਰਾਂਚਾਂ ਚੰਡੀਗੜ੍ਹ ਹੈਗੀਆਂ, ਸਾਡੇ ਦੇਸ਼ ਦੇ ਹਰ ਸੂਬੇ 'ਚ ਹੈਗੀਆਂ। ਉਹ ਇੱਕ ਉੱਪਰੋਂ ਲੈ ਕੇ ਥੱਲੇ ਤੱਕ ਜੁੜੇ ਹੋਏ ਆ। ਇੱਕ ਉਹਨਾਂ ਦੀ ਪੂਰੀ, ਜਿਸ ਤਰ੍ਹਾਂ UNO ਉੱਪਰੋਂ ਥੱਲੇ ਤੱਕ ਦੇਸ਼ਾਂ ਦੇ ਨਾਲ ਜੁੜੀ ਹੋਈ ਆ, ਥੱਲੇ ਤੱਕ ਜੁੜੀ ਹੋਈ ਆ। ਵਰਲਡ ਬੈਂਕ ਥੱਲੇ ਬੈਂਕਾਂ ਦੇ ਨਾਲ ਜੁੜੀ ਹੋਈ ਆ। ਇਸੇ ਤਰੀਕੇ ਨਾਲ ਰੋਮਨ ਕੈਥੋਲਿਕ
ਉੱਥੇ ਰੋਮ ਤੋਂ ਲੈ ਕੇ ਸਾਰੀ ਦੁਨੀਆ 'ਚ ਜੁੜੇ ਹੋਏ ਆ, ਹੈ ਨਾ। ਹੁਣ ਇਸੇ ਤਰੀਕੇ ਨਾਲ ਮੱਕੇ ਦੇ ਰਾਹੀਂ ਸਾਰਾ ਇਸਲਾਮ ਇੱਕ ਦੂਜੇ ਦੇ ਨਾਲ ਜੁੜਿਆ, ਉੱਥੇ ਮਿਲਦੇ ਆ, ਆਪਣਾ ਸਾਰਾ ਆਪਣੀ ਅਕੀਦਤ ਕਰਦੇ ਆ। ਅਸੀਂ ਸਾਡਾ ਜਿਹੜਾ ਸੈਂਟਰ ਹੈ, ਸਪਿਰਿਚੁਅਲ ਸੈਂਟਰ, ਉਹ ਅੰਮ੍ਰਿਤਸਰ ਆ, ਗੋਲਡਨ ਟੈਂਪਲ ਹੈਗਾ, ਜਿਹਨੂੰ ਜਿਹੜਾ ਉੱਥੇ ਸਾਰੇ ਲੋਕ ਨਤਮਸਤਕ ਹੁੰਦੇ ਆ। ਕਿਉਂ ਨਹੀਂ ਸਾਡੇ ਜਿਹੜੇ ਸਿੱਖ ਬਰਾਦਰੀ ਹੈ ਆਪਣੀ ਪਰਿਭਾਸ਼ਾ 'ਚ ਆਪਣੇ ਫਲਸਫੇ ਨੂੰ ਅੱਗੇ ਲੈ ਕੇ, ਭਾਵੇਂ ਉਹ ਸਿੱਖ ਲੈਟਿਨ ਅਮਰੀਕਾ 'ਚ ਬੈਠੇ ਆ ਕਿ ਅਫਰੀਕਾ 'ਚ ਬੈਠੇ ਆ ਕਿ ਜਾਂ ਉਹ ਅਸਾਮ 'ਚ ਬੈਠੇ ਆ ਜਾਂ ਉਹ ਯੂਪੀ 'ਚ ਬੈਠੇ ਆ, ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਣ, ਉਹਨਾਂ ਦੀ ਇੱਕ ਕੜੀ ਦਰ ਕੜੀ ਸਾਂਝ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਿੱਖ ਹੈਗੇ ਆ, ਕਿਉਂਕਿ ਉਹਨਾਂ ਦਾ ਮਕਸਦ ਇੱਕ ਹੈ, ਉਹਨਾਂ ਦਾ ਸੱਭਿਆਚਾਰ ਤੇ ਸੋਚ ਇੱਕ ਹੈਗੀ ਹੈ। ਜੇ ਤੁਸੀਂ ਦਿੱਲੀ ਵਾਲੀ ਕੋਈ ਪੋਲਿਟਿਕਸ ਹੋਰ ਚਲੇਗੀ, ਜਿਵੇਂ ਮਨਜਿੰਦਰ ਸਿੰਘ ਸਰਸਾ, ਇਹ ਕਿਉਂ ਨਹੀਂ ਉਦਣ ਕੁਸਕੇ ਪਈ, ਇੱਕ ਨਵੀਂ ਆਪਣੀ ਪੈਰਲਲ ਕਮੇਟੀ ਬਣਾ ਲਈ, ਉਹਦਾ ਕੀ ਅਰਥ ਰਹਿਣਾ? ਕੁਝ ਨਹੀਂ ਰਹਿਣਾ ਹੈਗਾ। ਹੁਣ ਦਾਦੂਵਾਲ ਭੇਜਿਆ ਹੀ ਇਸੇ ਕੰਮ ਲਈ ਸੀ, ਉਦਣ ਨਹੀਂ ਹੋਸ਼ ਆਈ। ਤੁਸੀਂ ਕੀ ਕਰਦੇ ਆ? ਠੀਕ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਸਾਡਾ ਗੋਲਕਾਂ ਵੱਲ ਧਿਆਨ ਜ਼ਿਆਦਾ ਆ, ਕੰਮ ਵੱਲ ਘੱਟ ਆ। ਅੱਜ ਦੇ ਜਿਹੜੇ ਮੀਡੀਆ ਨੂੰ ਐਡਰੈਸ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ, ਮੈਂ ਮਾੜੀ ਜੀ ਕਲਿੱਪਿੰਗ ਸੁਣੀ, ਬੜਾ ਗੁੱਸਾ ਸੀਗਾ। ਗੁੱਸੇ ਨਾਲ ਕੀ ਹੋਊਗਾ? ਹੈ ਵਕਤੋਂ ਖੁੰਜੀ ਡੂਮਣੀ ਨੱਚੇ ਤਾਲ ਬਤਾਲ, ਹੁਣ ਤੇ ਤੁਸੀਂ ਤਾਲ ਬਤਾਲ ਨੱਚ ਰਹੇ ਆ। ਜਿਸ ਦਿਨ ਦਿੱਲੀ ਵਾਲੀ ਗੱਲ ਹੋਈ ਸੀ, ਤੁਸੀਂ ਮੋਰਚਾਬੰਦੀ ਕਿਉਂ ਨਹੀਂ ਕੀਤੀ ਬਈ? ਇਹ ਕੀ ਕੰਮ ਆ? ਕੌਣ ਹੁੰਦੇ ਆ ਬੀਜੇਪੀ ਵਾਲੇ? ਕੀ ਅਜੇ ਉੱਥੇ ਕੁਝ ਉਮੀਦ ਲਾਈ ਹੋਈ ਸੀਗੀ ਵੀ ਕੋਈ ਗੱਲ ਨਹੀਂ ਸਰਸਾ ਉਧਰ ਚਲਾ ਗਿਆ ਤੇ ਹੈ ਤੇ ਆਪਣਾ ਹੀ ਆ, ਉਧਰ ਦੀ ਗੱਲ ਵੀ ਦੱਸਿਆ ਕਰੂ, ਕੀ ਇਹੋ ਜਿਹੀ ਕੋਈ ਗੱਲ ਸੀਗੀ? ਹੁਣ ਫਿਰ ਖੱਟੜ ਨਾਲ ਵੀ ਇੰਜ ਕਰ ਲਓ ਵੀ ਉਹ ਵੀ ਤੇ ਆਪਣੇ ਹੀ ਆ, ਕੋਈ ਗੱਲ ਨਹੀਂ, ਮਾੜਾ ਮੋਟਾ ਰੌਲਾ ਰੱਪਾ ਪਾ ਕੇ ਚੁੱਪ ਰਹੋ। ਇੰਜ ਨਹੀਂ ਚੱਲਣਾ। ਫੈਸਲਾ ਲਓ, ਫੈਸਲਾ ਕਿ ਕੀ ਤੁਸੀਂ, ਸਿੱਖਾਂ ਨੂੰ ਕੋਈ ਖਤਰਾ ਨਹੀਂ, ਸਿੱਖੀ ਨੂੰ ਕੋਈ ਖਤਰਾ ਨਹੀਂ ਹੋਣਾ, ਪਰ ਇੱਕ ਜਿਹੜਾ ਸਿੱਖ ਫਲਸਫਾ ਆ ਉਸ ਨੂੰ ਜੇ ਅੱਗੇ ਤੋਰਨਾ ਆ, ਤੇ ਦੇਖੋ ਕੋਈ ਵੀ ਚੀਜ਼ ਆ, ਕੋਈ ਵੀ ਇੰਸਟੀਟਿਊਸ਼ਨ ਆ, ਜੇ ਉਹਦੇ ਸੇਫਗਾਰਡ 'ਚ ਨਹੀਂ ਹੈ ਤਾਂ ਫਿਰ ਦੂਜਿਆਂ 'ਚ ਜਿਹੜਾ ਭਾਰੂ ਹੈ ਉਹਦੇ ਤੇ ਛਾ ਜਾਊਗਾ। ਵੱਡੇ ਦਰਖਤ ਥੱਲੇ ਛੋਟੇ ਦਰਖਤ ਨਹੀਂ ਉੱਗਦੇ, ਮਾਰੇ ਜਾਂਦੇ ਆ, ਆਪਾਂ ਨੂੰ ਪਤਾ ਹੀ ਹੈ। ਤੇ ਇੱਥੇ ਮੈਜੋਰਿਟੀ ਕੀ ਹੈ? ਉਹਨਾਂ ਕੋਲ ਰਾਜਨੀਤਿਕ ਸੱਤਾ ਵੀ ਆ ਤੇ ਉਹ ਸਿੱਧੇ ਬਿਲਕੁਲ ਐਨ ਸਿੱਧੇ ਹੋ ਕੇ ਵੀ ਆ ਰਹੇ ਆ, ਉਤੇ ਕਿਲਕਲੀਆਂ ਮਾਰ ਕੇ ਆਪਣਾ ਪੂਰਾ ਰੌਲਾ ਪਾ ਕੇ ਇਸ ਗੱਲ ਦੀ ਗੱਲ ਕਰ ਰਹੇ ਆ ਕਿ ਅਸੀਂ ਹਿੰਦੂ ਰਾਸ਼ਟਰ ਚਾਹੀਦਾ ਸਾਨੂੰ, ਜਿਹੜੀਆਂ ਉਹੋ ਜਿਹੀਆਂ ਸ਼ਕਤੀਆਂ ਹੈਗੀਆਂ ਰੋਜ਼ ਬੋਲਦੇ ਆ ਘੱਟ ਗਿਣਤੀਆਂ ਦੇ ਵਿਰੁੱਧ, ਖਾਸ ਕਰਕੇ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ। ਜੇ ਇਹ ਹਾਲਾਤ ਹੈਗੀ ਹੈ ਤੇ ਕੀ ਇਹ ਮੁੱਦੇ ਅਕਾਲੀ ਦਲ ਦੇ ਤੇ ਐਸਜੀਪੀਸੀ ਦੇ ਮੁੱਦੇ ਨਹੀਂ ਹੈਗੇ? ਕਿਉਂ ਨਹੀਂ ਉਹਦੇ ਤੇ ਕੋਈ ਆਪਣਾ ਤੈਅਸ਼ੁਦਾ ਪ੍ਰੋਗਰਾਮ ਬਣਾ ਕੇ ਸਾਰਿਆਂ ਨਾਲ ਇੱਕ ਸਾਂਝਾ ਮਹਾਜ ਬਣਾ ਕੇ ਤੁਸੀਂ ਇਕੱਠੇ ਹੋ ਕੇ ਅੱਗੇ ਆਉਂਦੇ? ਵੋਟਾਂ, ਰਾਜ, ਗੱਦੀ, ਇਹ ਸਾਰਾ ਕੁਝ ਦੇਖਦਾ। ਐਸਜੀਪੀਸੀ ਨੂੰ ਆਪਣੀ ਸਰਦਾਰੀਆਂ ਦੇਖਦੀਆਂ, ਅਕਾਲੀ ਦਲ ਨੂੰ ਆਪਣੀਆਂ ਮਿਨਿਸਟਰੀਆਂ ਦੇਖਦੀਆਂ, ਫਿਰ ਸਿੱਖਾਂ ਨੂੰ ਘੁਮਾਉਂਦੇ ਤੁਸੀਂ ਆਪਣੇ ਆਪ ਨੂੰ। ਛੱਡ ਦਿਓ, ਕਹੋ ਵੀ ਸਾਡੇ ਕੋਲ ਸਾਡੇ ਵਾਸ ਦੀ ਗੱਲ ਨਹੀਂ, ਸਾਨੂੰ ਰਾਜ ਕਰ ਦਿਓ, ਆਪੇ ਕੋਈ ਹੋਰ ਨਿਕਲ ਆਊ ਅੰਦਰੋਂ। ਭਾਈ ਅੱਜ ਵੀ ਤੁਸੀਂ ਸਮਝ ਜਾਓ, ਜੇ ਪੈਰ ਜਮਾਉਣਾ ਪੰਜਾਬ ਦੇ ਵਿੱਚ ਦੁਬਾਰਾ ਰਾਜਨੀਤੀ ਦੇ ਵਿੱਚ, ਤੇ ਤੁਹਾਨੂੰ ਇਸ ਸਾਰੀ ਤਰਤੀਬ ਨੂੰ ਰੀਵਿਊ ਕਰਕੇ ਨਵੇਂ ਸਿਰਿਓਂ ਸ਼ੁਰੂ ਕਰਨਾ ਪਊਗਾ, ਰੈਡੀਕਲ ਡਿਪਾਰਚਰ ਪੁਰਾਣਿਆਂ ਨਾਲ ਕਰਨਾ ਪਊਗਾ। ਪਰ ਸਾਨੂੰ ਖੁਦ ਵੀ ਸ਼ੱਕ ਲੱਗਦਾ ਤੇ ਹੋਰ ਵੀ ਚਰਚਾ ਚੱਲੀ ਹੋਈ ਹੈ ਕਿ ਆ 2024 ਚ ਕਿਤੇ ਉਧਰ ਨੂੰ 9 ਮਾਸ ਦਾ ਰਿਸ਼ਤਾ ਨਾ ਜੁੜਦਾ ਹੋਵੇ, ਉਹਦੀਆਂ ਸੰਭਾਵਨਾਵਾਂ ਬਣ ਰਹੀਆਂ। ਜਦੋਂ ਦਾ ਕੈਪਟਨ ਆ ਹੀ ਗਿਆ ਸਿੱਧੇ ਤੌਰ ਤੇ ਹੁਣ, ਤੇ ਕੈਪਟਨ ਨਾਲ ਤੇ ਇਹਨਾਂ ਦੀ ਠੀਕ ਪਹਿਲੀ ਹੈਗੇ ਆ, ਕੋਈ ਬਹੁਤੀ ਕਨਫਲਿਕਟ ਨਹੀਂ ਹੈਗਾ। ਉਹ ਅਪਰੋਚ ਵੀ ਕਰਨਗੇ, ਫਿਰ ਕੋਈ ਸਿੱਧੇ ਤੌਰ ਤੇ ਓਪਨਲੀ ਅਲਾਇੰਸ ਹੋ ਜਾਏ ਜਾਂ ਅੰਦਰੋਂ ਅੰਦਰੀ ਗਿਣਤੀ ਹੋ ਜਾਏ, ਵੀ ਤੇ ਚੱਲਦਾ ਹੀ ਆ। ਇਸ ਕਿਸਮ ਦਾ ਸੱਤਾ ਦਾ ਕੋਈ ਨਾ ਕੋਈ ਦੇਣ ਲੈਣ ਦਾਨ ਪ੍ਰਦਾਨ, ਜੇ ਇਹੋ ਹੀ ਤੁਸੀਂ ਮਿਣਤੀਆਂ ਗਿਣਤੀਆਂ ਕਰਨੀਆਂ ਸੁਖਵਿੰਦਰ, ਤਾਂ ਫਿਰ ਉਹ ਇੱਕ ਦਿਨ ਅੰਮ੍ਰਿਤਸਰ ਵੀ ਪਹੁੰਚ ਕੇ ਤੁਹਾਨੂੰ ਨਾਨੀ ਚੇਤੇ ਕਰਾਉਣਗੇ, ਔਰ ਪਹੁੰਚ ਚੁੱਕੇ ਆ। ਉੱਥੇ ਦਫ਼ਤਰ ਖੁੱਲ ਚੁੱਕੇ ਆ ਪੈਰਲਲ, ਦਿੱਲੀ ਵਾਲੇ ਆ ਕੇ ਦਫ਼ਤਰ ਖੋਲ ਲਿਆ, ਉਹ ਤੇ ਹੁਣ ਬਸ ਤੁਹਾਡੇ ਆਉਂ ਗਲਿਓਂ ਹੀ ਫੜਨ ਵਾਲੇ ਆ। ਤੇ ਜੇ ਤੁਹਾਡੇ 'ਚ ਨਹੀਂ ਦਮ ਖਮ ਹੈਗਾ ਤੇ ਤੁਸੀਂ
ਜਿਵੇਂ ਸੋਮਨਾਥ ਦੇ ਮੰਦਿਰ ਦੇ ਉੱਤੇ ਆ ਕੇ ਤੇ ਬਾਹਰੋਂ ਹਮਲਾ ਕਰਦੇ ਸੀ ਹਮਲਾਵਰ ਸਾਰੇ, ਤੇ ਲੁੱਟ-ਪੁੱਟ ਕੇ ਲੈ ਜਾਂਦੇ ਸੀ। ਉੱਥੇ ਵੀ ਸੋਨਾ ਬਹੁਤ ਸੀਗਾ। ਹੁਣ ਤੁਸੀਂ ਸੋਚੋ ਕਿ ਤੁਸੀਂ ਆਪਣੇ ਉਸ ਫਲਸਫੇ ਨੂੰ ਬਚਾਉਣਾ, ਉਸ ਅਹਿਮੀਅਤ ਜਿਸ ਦੀ ਹੈਰੀਟੇਜ ਲੈ ਕੇ ਤੁਸੀਂ ਚੱਲਦੇ ਆ, ਜਿਸ ਇਤਿਹਾਸ ਦੇ ਤੁਸੀਂ ਵਾਰਸ ਹੈਗੇ ਆ, ਉਸ ਨੂੰ ਬਚਾਉਣਾ, ਤਾਂ ਫਿਰ ਕੁਝ ਦਮਦਾਰ ਸੋਲਿਡ ਵਿਜ਼ਨਰੀ ਪ੍ਰੋਗਰਾਮ ਲੈ ਕੇ ਚੱਲਣਾ ਪਊ। ਇਹਦੇ ਚ ਮੈਂ ਬਿਲਕੁਲ ਸਾਫ਼ ਕਰ ਦਿਆਂ ਕਿ ਕੋਈ ਮੈਂ ਇਹੋ ਜੀ ਗੱਲ ਬਿਲਕੁਲ ਨਹੀਂ ਕਰ ਰਿਹਾ ਕਿ ਜਿਹਦੇ ਚ ਕੋਈ ਖਾਲਿਸਤਾਨ ਦੀ ਗੱਲ ਹੋਏ, ਖਾਲਸਾ ਰਾਜ ਹੋਏ, ਜਾਂ ਇਸ ਬਿਲਕੁਲ ਮੇਰਾ ਇਹ ਮਤਲਬ ਨਹੀਂ। ਮੇਰਾ ਮਤਲਬ ਇਹ ਹੈ ਕਿ ਦੇਸ਼ ਦੇ ਅੰਦਰ ਰਹਿੰਦਿਆਂ ਹੋਇਆਂ ਜੋ ਖਾਲਸਾ ਸੋਚ ਆ, ਜਾਂ ਤੁਸੀਂ ਕਹਿ ਲਓ ਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮਾਨਵਵਾਦੀ ਫਲਸਫਾ ਆ, ਉਸ ਨੂੰ ਅੱਗੇ ਕਿਵੇਂ ਤੋਰਨਾ, ਪੂਰੇ ਦੇਸ਼ ਚ ਲਿਜਾਣਾ ਤੇ ਫਿਰ ਵਿਦੇਸ਼ ਚ ਲਿਜਾਣਾ, ਉਹ ਤੁਹਾਡਾ ਪ੍ਰੋਗਰਾਮ ਕਿੱਥੇ ਆ? ਤੇ ਜੇ ਆਪਣੇ ਘਰ ਚ ਤੁਸੀਂ ਮਹਿਸੂਸ ਕਰ ਰਹੇ ਆ ਅਸੁਰੱਖਿਅਤ, ਤੁਹਾਨੂੰ ਲੱਗਦਾ ਕਿਤੇ ਸਾਡੇ ਹੀ ਗਲੋਂ ਨਾ ਫੜ ਲੈਣ, ਤਾਂ ਫਿਰ ਬਾਹਰ ਦੀਆਂ ਗੱਲਾਂ ਤੇ ਆਪਾਂ ਭੁੱਲ ਜਾਈਏ। ਬੜੀ ਦੁੱਖ ਦੀ ਗੱਲ ਆ, ਬੜੀ ਇਹੋ ਜੀ ਆਪਾਂ ਖਾਸ ਮੋੜ ਤੇ ਪਹੁੰਚੇ ਹੋਏ ਸੁਖਵਿੰਦਰ, ਜਿੱਥੇ ਕੁਝ ਮੋਟੇ ਵੱਡੇ ਰੈਡੀਕਲ ਡਿਪਾਰਚਰ ਵਾਲੇ ਪੁਰਾਣੀ ਜਿਹੜੀ ਪ੍ਰਥਾ ਆ ਉਹਦੇ ਨਾਲੋਂ ਬਿਲਕੁਲ ਅਲੱਗ ਹੋ ਕੇ ਫੈਸਲੇ ਲੈਣ ਦੀ ਅੱਜ ਘੜੀ ਆ ਚੁੱਕੀ। ਤਿਆਗ ਤੇ ਕੁਰਬਾਨੀ ਦੀਆਂ ਗੱਲਾਂ ਸਿਰਫ ਕਹਿਣ ਤੱਕ ਸੀਮਤ ਨਹੀਂ ਰਹਿਣੀਆਂ, ਉਹ ਕਰਕੇ ਵੀ ਦਿਖਾਉਣਾ ਪੈਣਾ। ਤਾਂ ਹੀ ਕਿਤੇ ਜਾ ਕੇ ਕੋਈ ਬਦਲਾਅ ਦੀ ਉਮੀਦ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਪੰਥਕ ਸਫਾ ਦੇ ਵਿੱਚ ਖਾਸ ਕਰ ਜਿਹੜੀ ਆ ਉਹ ਨਜ਼ਰ ਆਏਗੀ। ਬੇਗਮਪੁਰਾ ਦੀ ਗੱਲ ਹੁੰਦੀ ਆ, ਜੇ ਤੁਸੀਂ ਉਸ ਫਲਸਫੇ ਵੱਲ ਤੁਰੋਗੇ ਤੇ ਲੋਕ ਤੁਹਾਡਾ ਆਪਣੇ ਆਪ ਸਾਥ ਦੇਣਗੇ। ਪ੍ਰੋਫੈਸਰ ਸਾਹਿਬ, ਹੁਣ ਸਵਾਲ ਦੋ ਚਾਰ ਜਿਹੜੇ ਮੈਂ ਇਕੱਠੇ ਕਰਨ ਲੱਗਿਆ, ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਧਰਨਾ ਮੁਕਤ ਪੰਜਾਬ ਕਰ ਦੇਣਾ, ਕਈ ਫਰੰਟ ਖੁੱਲੇ ਹੋਏ ਨੇ। ਕੱਲ ਜਿਹੜੇ 1158 ਅਸਿਸਟੈਂਟ ਪ੍ਰੋਫੈਸਰਾਂ ਦਾ ਕਟਾਪਾ ਹੋਇਆ, ਤੇ ਹੁਣ ਜਿਹੜੇ ਅੰਗਹੀਨ ਨੇ ਈਟੀਟੀ ਪਾਸ, ਉਹ ਕਹਿੰਦੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਘੇਰਨੀ ਹੈ। ਤੇ ਦੂਜੇ ਬੰਨੇ ਜਿਹੜੇ ਵੱਖ-ਵੱਖ ਫਰੰਟ ਦੇ ਉੱਤੇ ਜਿਵੇਂ ਸਾਬਕਾ ਫੌਜੀ ਹੋ ਗਏ, ਉਹ ਵੀ ਲੱਗੇ ਨੇ ਸਰਕਾਰ ਦੀ ਘੇਰਾਬੰਦੀ ਕਰਨ। ਰਾਜੇਵਾਲ ਸਾਹਿਬ ਵੀ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਹਾਂ, ਮੈਂ 2 ਜਗ੍ਹਾ ਤੇ ਅੱਜ ਜਾ ਕੇ ਖੁਦ ਵੀ ਆਇਆ, ਕਿਉਂਕਿ ਉਹਨਾਂ ਨੇ ਇਨਵਾਈਟ ਕੀਤਾ ਸੀਗਾ। ਰਾਜੇਵਾਲ ਸਾਹਿਬ ਨੇ ਚੰਗਾ ਇਕੱਠ ਮਰਿੰਡੇ ਲਾਗੇ ਇੱਕ ਹਾਲ 'ਚ ਕੀਤਾ, ਵੱਡਾ, ਮੇਰਾ ਖਿਆਲ ਹੈ 3000 ਦਾ ਇਕੱਠ ਹੋਊਗਾ, ਅੰਦਰ ਬਾਹਰ ਜਿੰਨੇ ਬੰਦੇ ਬੈਠੇ ਹੋਏ ਸੀ। ਉਹਨਾਂ ਦਾ ਉਹੀ ਪਾਣੀਆਂ ਦੇ ਮੁੱਦੇ ਤੇ ਜਿਹੜਾ ਉਹਨਾਂ ਨੇ ਪਹਿਲਾਂ ਬਾਰ-ਬਾਰ ਆਪਣਾ ਦੱਸਿਆ, ਤੇ ਉਹ ਕਹਿੰਦੇ ਕਿ ਪੰਜਾਬ ਦੇ ਸਾਰੇ ਕੋਨਿਆਂ ਦੇ ਵਿੱਚ ਅਸੀਂ ਕਾਨਫਰੰਸਾਂ ਕਰਕੇ, 4-4 ਜ਼ਿਲ੍ਹਿਆਂ ਦੀਆਂ ਇਕੱਠੀਆਂ ਕਰਕੇ, 5-6 ਕਨਵੈਨਸ਼ਨਾਂ ਵੱਡੀਆਂ ਕਰਨ ਤੋਂ ਬਾਅਦ ਅਸੀਂ ਫਿਰ ਹੱਲਾ ਬੋਲ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ, ਤੇ ਹੋ ਸਕਦਾ ਦਿੱਲੀ ਨੂੰ ਜਿਵੇਂ ਘੇਰ ਕੇ ਕਿਸਾਨ ਬੈਠੇ ਸੀ, ਅਸੀਂ ਪੱਕਾ ਹੀ ਚਾਰੇ ਪਾਸਿਓਂ ਚੰਡੀਗੜ੍ਹ ਨੂੰ ਘੇਰ ਕੇ ਬੈਠ ਜਾਈਏ, ਆਪਣੀਆਂ ਬਖਤਰਬੰਦ ਗੱਡੀਆਂ, ਟਰੈਕਟਰ ਟਰਾਲੀਆਂ ਲਾ ਕੇ। ਇਹ ਤੇ ਉਹਨਾਂ ਦਾ ਪ੍ਰੋਗਰਾਮ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ। ਜੀ। ਦੂਜਾ, ਜਿੱਥੋਂ ਤੱਕ ਮੈਂ ਬੜਿਆ ਕਹਾਣੀਆਂ ਉਹਨਾਂ ਦੀ ਸੁਣ ਕੇ, ਜਿਹੜੇ ਗਾਰਡੀਅਨਸ ਆਫ ਗਵਰਨੈਂਸ ਕੈਪਟਨ ਸਾਹਿਬ ਨੇ ਬਣਾਏ ਸੀ, 4300 ਉਹਨਾਂ ਦਾ ਨੰਬਰ ਹੈਗਾ ਆ, ਐਕਸ ਸਰਵਿਸਮੈਨ ਫੌਜੀ ਜਿਹੜੇ ਭਰਤੀ ਕਰਕੇ 26 ਅਲੱਗ-ਅਲੱਗ ਕਿਸਮ ਦੇ ਪ੍ਰੋਗਰਾਮ, ਸਰਕਾਰੀ ਪ੍ਰੋਗਰਾਮ ਆ, ਜਿਸ 'ਚ ਮਨਰੇਗਾ ਆ, ਮਿਡ ਡੇ ਮੀਲ ਹੈ, ਸਕੂਲਾਂ ਦਾ ਆ, ਹਸਪਤਾਲਾਂ ਦਾ ਆ, ਸਾਰਿਆਂ ਦਾ ਮਤਲਬ ਬਹੁਤ ਸਾਰੀਆਂ ਉਹਦੇ 'ਚ ਐਕਟੀਵਿਟੀਜ਼ ਆਉਂਦੀਆਂ। ਮੇਰੀ ਉਹਨਾਂ ਨਾਲ ਡਿਟੇਲ ਗੱਲਬਾਤ ਅੱਧਾ ਪੌਣਾ ਘੰਟਾ ਹੋਈ। ਉਹਨਾਂ ਨੇ ਆਪਣਾ ਦੁੱਖ ਦੱਸਿਆ ਕਿ ਦੇਖੋ, ਅਸੀਂ ਪੈਰਲਲ ਇਹ ਰਿਪੋਰਟਾਂ ਕੱਲੇ-ਕੱਲੇ ਦੀਆਂ ਜਾ ਕੇ ਬੜੀ ਜ਼ਿੰਮੇਵਾਰੀ ਨਾਲ ਸਰਕਾਰ ਨੂੰ ਲਗਾਤਾਰ ਦਿੰਦੇ ਰਹੇ ਹਾਂ, ਤੇ ਉਹਦੇ 'ਚ ਸੁਧਾਰ ਵੀ, ਸਾਨੂੰ ਰਿਸਪੌਂਡ ਵੀ ਕਰਦੇ ਸੀ, ਸਾਨੂੰ ਜਵਾਬ ਵੀ ਦਿੰਦੇ ਸੀ, ਤੇ ਸੁਧਾਰ ਵੀ ਹੁੰਦੇ ਸੀ। ਉਹ ਕਹਿੰਦੇ ਸਾਡਾ ਕੁੱਲ ਬਜਟ 10-11 ਹਜ਼ਾਰ ਰੁਪਈਆ ਉਹਨਾਂ ਨੂੰ ਮਹੀਨੇ ਦਾ ਆਨਰੇਰੀਅਮ ਮਿਲਦਾ ਸੀਗਾ, ਉਹ ਸਾਰੀਆਂ ਉਹਨਾਂ ਨੂੰ ਸਰਕਾਰੀ ਪੈਨਸ਼ਨਾਂ ਵੀ ਮਿਲਦੀਆਂ। ਉਹ ਕਹਿੰਦੇ ਸਾਨੂੰ ਕੋਈ ਲਾਲਚ ਨਹੀਂ ਹੈ, ਸਾਨੂੰ ਇਹ ਹੈ ਕਿ ਜਿਸ ਢੰਗ ਦੇ ਨਾਲ ਰਾਤੋਂ ਰਾਤੀ ਨੋਟੀਫਿਕੇਸ਼ਨ 2-4 ਦਿਨਾਂ ਦੇ ਵਿੱਚ ਕੱਢ ਕੇ ਆਓ ਮਾਰੀ, ਸਾਨੂੰ ਪੁੱਛਿਆ ਨਹੀਂ ਵੀ ਕੀ ਸਾਡਾ ਨੁਕਸ ਸੀ, ਸਾਡਾ ਕੰਮ ਮਾੜਾ ਸੀ, ਸਾਡੇ 'ਚ ਕਮੀ ਕੀ ਸੀ। ਜਿਸ ਦਿਨ ਦੇ ਆਏ, ਜਿੰਨੀਆਂ ਰਿਪੋਰਟਾਂ ਉਹਨਾਂ ਨੇ ਬਣਾ ਕੇ ਦਿੱਤੀਆਂ, ਉਹ ਸਾਰੀਆਂ ਖੋਲੀਆਂ ਤੱਕ ਨਹੀਂ। ਜਿਵੇਂ ਬਰਗਾੜੀ ਵਾਲੀ ਰਿਪੋਰਟ ਅਕਾਲੀ ਦਲ ਨੇ ਖੋਲੀ ਨਹੀਂ ਸੀ, ਜਿਹੜੀ ਪਹਿਲੀ ਰਿਪੋਰਟ ਕਮਿਸ਼ਨ ਨੇ ਉਹ ਦਿੱਤੀ ਸੀਗੀ, ਉਹੀ ਹਾਲਤ ਇਹਨਾਂ ਦੀ ਆ। ਤੇ ਉਲਟਾ ਉਹਨਾਂ ਨੂੰ ਸਾਰਿਆਂ ਨੂੰ ਘਰੋਂ ਘਰੀ ਬਿਠਾ ਦਿੱਤਾ, ਇਹ ਕਹਿ ਕੇ ਕਿ ਸ਼ਾਇਦ ਉਹ ਪਰਦੇ ਹੀ ਫਾਸ ਕਰਦੇ ਆ। ਇਹ ਤੇ ਗੁੱਡ ਗਵਰਨੈਂਸ ਆਪਣੇ ਆਪ ਨੂੰ ਕੇਜਰੀਵਾਲ ਦਾ ਨਾਂ ਚਮਕਾਉਣਾ, ਤੇ ਜੇ ਇਹ ਗਾਰਡੀਅਨ ਆਫ ਗਵਰਨੈਂਸ ਵੀ ਇੱਥੇ ਹੇਰਾਫੇਰੀ ਹੋਈ, ਉਹਦੀ ਵੀਡੀਓ ਬਣਾਈ, ਇੱਥੇ ਮਨਰੇਗਾ ਦੇ
ਨਾਂ ਦੇ ਉੱਤੇ ਪੈਸੇ ਖਾ ਗਏ, ਕੌਣ ਖਾ ਗਏ, ਤੇ ਉਹੀ ਦੱਸਦੇ ਆ। ਉਹਨਾਂ ਨੇ ਰਿਪੋਰਟਾਂ 'ਚ ਦੱਸਿਆ ਵੀ 10 ਬੰਦੇ ਕੰਮ ਕਰਦੇ ਆ ਤੇ 50 ਬੰਦਿਆਂ ਦੇ ਬਿੱਲ ਬਣ ਰਹੇ ਆ। ਇਹ ਇਸੇ ਕਿਸਮ ਨਾਲ ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ, ਹੁਣ ਜਿਹੜੇ ਨਵੇਂ ਕਲੀਨਿਕ ਖੋਲੇ ਆ, ਆਮ ਆਦਮੀ ਕਲੀਨਿਕ, ਉਹਨਾਂ ਦੀ ਕੀ ਹਾਲਤ ਹੈ, ਉਹਨਾਂ ਨੂੰ ਬਹੁਤ ਕੁਝ ਪਤਾ। ਉਹ ਸਾਰੀ ਗੱਲ ਦੇ ਐਜ਼ ਏ ਵਾਚ ਡੌਗ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੀਆਂ ਅੱਖਾਂ ਤੇ ਕੰਨ ਦੇ ਤੌਰ ਤੇ ਇਮਾਨਦਾਰ ਬੰਦੇ, ਦੇਸ਼ ਭਗਤ ਬੰਦੇ ਹੈਗੇ ਆ, ਕਿਉਂਕਿ ਫੌਜ 'ਚੋਂ ਟ੍ਰੇਨਿੰਗ ਹੈ ਉਹਨਾਂ ਦੀ ਉਸ ਕਿਸਮ ਦੀ। ਉਹ ਬੜੇ ਪਾਬੰਦ ਹੈਗੇ, ਬੜੇ ਡਿਸਿਪਲਿਨਡ ਹੈਗੇ ਆ। ਉਹਨਾਂ ਨੂੰ ਤੁਸੀਂ ਘਰ ਬਿਠਾ ਕੇ 70 ਕਰੋੜ ਰੁਪਈਆ ਤੇ ਬਚਾ ਲਓਗੇ, ਪਰ ਜਿਹੜਾ 7000 ਕਰੋੜ ਰੁਪਈਏ ਦਾ ਨੁਕਸਾਨ ਕਰੋਗੇ ਜੋ ਉਹਨਾਂ ਨੇ ਬਚਾਉਣਾ ਸੀ ਆਪਣੀ ਵਿਜੀਲੈਂਸ ਕਰਕੇ, ਆਪਣੀ ਸੁਪਰਵਿਜ਼ਨ ਕਰਕੇ, ਔਰ ਤੁਹਾਨੂੰ ਡੇਲੀ ਰਿਪੋਰਟ ਦਿੰਦੇ ਸੀ, ਇਹਦਾ ਮਤਲਬ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਹੀ ਰਲੇ ਹੋਏ ਆ। ਇਹਨਾਂ ਨੂੰ ਹਟਾਉਣਾ ਚਾਹੁੰਦੇ ਆ ਤੇ ਜਿਹੜੇ 2 ਨੰਬਰੀ ਕੰਮ ਕਰ ਰਹੇ ਆ, ਅੱਜ ਵੀ ਹੋ ਰਹੇ ਆ। ਤੁਸੀਂ ਪੁਰਾਣੇ ਸਿਸਟਮ ਨੂੰ ਹੀ ਅੱਗੇ ਤੋਰਨਾ ਚਾਹੁੰਦੇ ਆ, ਉਹਦੇ 'ਚ ਕੋਈ ਵੀ ਸੁਧਾਰ ਨਹੀਂ ਕਰਨਾ ਚਾਹੁੰਦੇ। ਨਹੀਂ ਤੇ ਉਹਨਾਂ ਨੂੰ ਪੁੱਛ ਕੇ ਗੱਲ ਕਰਦੇ, ਨਹੀਂ ਤੇ ਜੋ ਉਹਨਾਂ ਦੀਆਂ ਰਿਪੋਰਟਾਂ ਉਹਨਾਂ ਨੂੰ ਦੱਸਦੇ, ਪੁੱਛਦੇ, ਮੀਟਿੰਗ ਕਰਦੇ। 26 ਡਿਪਾਰਟਮੈਂਟ ਆ, 1 2 3 4 ਨਹੀਂ ਹੈਗੀ। ਉਸ ਦਾ ਉਹ ਵੱਡਾ ਪ੍ਰੋਟੈਸਟ ਫੇਰ ਕਰ ਰਹੇ ਆ 22 ਤਰੀਕ ਨੂੰ, ਕੱਲ ਨੂੰ। ਤੇ ਦੇਖੋ ਉਹਨਾਂ ਨੇ ਕਿਹਾ ਸੀ ਤੁਸੀਂ ਪ੍ਰੋਫੈਸਰ ਸਾਹਿਬ ਜ਼ਰੂਰ ਆਓ, ਤੁਹਾਨੂੰ ਦੇਖ ਕੇ ਸਾਨੂੰ ਜੋਸ਼ ਆ ਜਾਂਦਾ। ਤੇ ਉਹ ਵੱਡਾ 4 ਜ਼ਿਲ੍ਹਿਆਂ ਦਾ ਇਕੱਠ ਕਰ ਰਹੇ ਆ। ਬਹੁਤ ਸੋਹਣੀਆਂ ਕਾਲੀਆਂ ਤੇ ਪੱਟੀਆਂ ਬੰਨੀਆਂ, ਲਾਲ ਸਾਰਿਆਂ ਨੇ ਪੱਗਾਂ ਬੰਨੀਆਂ, ਚਿੱਟੀਆਂ ਕਮੀਜ਼ਾਂ ਪਾਈਆਂ ਹੋਈਆਂ ਤੇ ਕਾਲੀਆਂ ਪੈਂਟਾਂ ਪਾਈਆਂ ਸਭ ਨੇ। ਅੱਜ ਉਹ 200 ਬੰਦਾ ਆਇਆ ਸੀ ਰਾਜੇਵਾਲ ਤੇ ਜੈ ਕਿਸਾਨ ਜੈ ਜਵਾਨ ਦੇ ਨਾਰੇ ਵੀ ਗੂੰਜੇ। ਤੇ ਉਸ ਦਿਨ ਵੀ 22 ਤਰੀਕ ਨੂੰ ਵੀ ਰੋਪੜ 'ਚ ਜਿਹੜਾ ਇਕੱਠ ਹੋ ਰਿਹਾ ਨਾ ਸੁਖਵਿੰਦਰ, ਉਹ 'ਚ ਕਿਸਾਨ ਲੀਡਰਾਂ ਨੂੰ ਵੀ ਬੁਲਾਇਆ। ਰਾਜੇਵਾਲ ਸਾਹਿਬ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਆਓ, ਆਪਾਂ ਰਲ ਕੇ ਪੰਜਾਬ ਦੀ ਜੋ ਵੀ ਭਲਾਈ ਕਰ ਸਕਦੇ ਆ, ਪੰਜਾਬ ਦੇ ਹੱਕ 'ਚ ਜਿਹੜੀ ਵੀ ਗੁਹਾਰ ਲਾ ਸਕਦੇ ਆ, ਉਹ ਰਲ ਕੇ ਲਾਈਏ। ਇਹ ਇੱਕ ਮੈਨੂੰ ਚੰਗੀ ਉਤਸ਼ਾਹ ਵਾਲੀ ਗੱਲ। ਰਹੀ ਗੱਲ ਟੀਚਰਾਂ ਦੀ, ਉਹ ਤੇ ਬੜੀ ਮਾੜੀ ਗੱਲ ਹੈ। ਮੈਨੂੰ ਉਹ ਖੁਦ ਘਰ ਆ ਕੇ ਵੀ ਮਿਲੇ ਸੀ ਕੁਝ ਟੀਚਰ ਸਾਹਿਬਾਨ ਸੁਖਵਿੰਦਰ, ਉਹਨਾਂ ਦੇ ਜਦੋਂ ਅੱਜ ਲਾਸ਼ਾਂ ਪਈਆਂ ਦੇਖੀਆਂ, ਟੀਚਰਾਂ ਨੂੰ ਕਿਉਂ ਕੁੱਟਦੇ? ਉਹ ਬਦਮਾਸ਼ ਆ। ਜੇ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰੋਗੇ, ਉਹਨਾਂ ਨੂੰ ਭੁੱਖੇ ਮਾਰੋਗੇ, ਸੜਕਾਂ ਤੇ ਰੋਲੋਗੇ, ਕੀ ਤੁਹਾਡਾ ਭਵਿੱਖ ਬਣਾਉਣਗੇ? ਤੁਹਾਡੇ ਬੱਚੇ ਤਾਂ ਉਹਨਾਂ ਕੋਲ ਨੇ, ਤੁਸੀਂ ਕਿੱਥੇ ਬੱਚੇ ਭੇਜਣੇ? ਤਾਂ ਹੀ ਬੱਚੇ ਬਾਹਰ ਜਾ ਰਹੇ ਕਿ ਇਹਨਾਂ ਨੂੰ ਕੁੱਟੋ, ਬੱਚੇ ਬਾਹਰ ਭੇਜੋ। ਇੰਜ ਨਾ ਕਰੋ, ਇਹ ਅਲੱਗ ਕਿਸਮ ਦਾ ਪਾਪ ਹੈ। ਵੈਸੇ ਤੇ ਕਿਸੇ ਨੂੰ ਵੀ ਮਾਰਨਾ ਬਹੁਤ ਮਾੜਾ ਹੈ, ਪਰ ਜੇ ਤੁਸੀਂ ਕਿਸੇ ਹੋਰ ਚੋਰ ਠੱਗ ਨੂੰ, ਜਿਹਨੂੰ ਤੁਸੀਂ ਜ਼ਿਆਦਾ ਕੀਤਾ, ਉਹਦੇ ਜੋ 2 ਪਟੋਕੀਆਂ ਲਾ ਵੀ ਦਿੱਤੀਆਂ ਹੱਥ ਤੇ, ਕਾਨੂੰਨ ਤੇ ਉਹਨੂੰ ਵੀ ਹੱਥ ਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਤੇ ਉਹ ਲੋਕਾਂ ਨੂੰ ਉਹਨਾਂ ਨਹੀਂ ਹੁੰਦਾ। ਪਰ ਤੁਸੀਂ ਟੀਚਰਾਂ ਨੂੰ ਕੁੱਟਦੇ ਆ ਕਿਉਂਕਿ ਉਹ ਕਹਿੰਦੇ ਕਿ ਸਾਡੀ ਤੁਸੀਂ ਰੋਟੀ ਰੋਜੀ ਨਾ ਖਾਓ। ਡੰਡੇ ਮਾਰਨ ਦਾ ਕੀ ਕੰਮ? ਇਹ ਕਿਹੋ ਜਿਹੀ ਆਮ ਆਦਮੀ ਦੀ? ਇਹ ਤੇ ਕਹਿ ਰਹੇ ਆ ਕਿ ਅਸੀਂ ਇਨਕਲਾਬ ਕਰਨਾ ਆ ਸਿੱਖਿਆ ਦੇ ਵਿੱਚ ਤੇ ਸਿਹਤ ਦੇ ਵਿੱਚ। ਆਹ ਇਨਕਲਾਬ ਡੰਡਿਆਂ ਨਾ ਹੋਣਾ ਆ। ਕੁਝ ਲਾਈਨਮੈਨ ਜਿਹੜੇ ਆ ਉਹ 440 ਵੋਲਟ ਦੇ ਟਾਵਰ ਤੇ ਚੜ੍ਹ ਕੇ ਬਹਿ ਗਏ ਆ ਕਿ ਸਾਡੇ ਰੁਜ਼ਗਾਰ ਦਾ ਮਾਮਲਾ। ਇਹ ਗੱਲ ਨੂੰ ਸਾਰਿਆਂ ਨੂੰ ਮੇਰਾ ਖਿਆਲ ਸੰਬੋਧਿਤ ਹੋਣ ਦੀ ਲੋੜ ਹੈ ਸਰਕਾਰ ਨੂੰ ਤੁਰੰਤ। ਸੁਖਵਿੰਦਰ, ਮੈਨੂੰ ਇੰਜ ਲੱਗਦਾ ਕਿ ਪੰਜਾਬ ਬਹੁਤ ਤੇਜ਼ੀ ਨਾਲ ਇੱਕ ਵੱਡੀ ਅਫੜਾ ਦਫੜੀ 'ਚ ਧੱਕਿਆ ਜਾ ਰਿਹਾ। ਇਹ ਕਿਸੇ ਦੇ ਕੰਟਰੋਲ 'ਚ ਨਹੀਂ ਰਹਿਣਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸਾਲ 2 ਸਾਲ ਤੁਸੀਂ ਦੇਖਿਓ, ਅੱਧਿਓਂ ਵੱਧ ਪੰਜਾਬ ਤੁਹਾਨੂੰ ਸੜਕਾਂ ਤੇ ਦੇਖਣ ਨੂੰ ਮਿਲੂ। ਇਹ ਜੇ ਇਹਦੋਂ ਪਹਿਲਾਂ ਹੁਣ ਵਾਲੀ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ, ਖੁਦ ਖਾਸ ਕਰਕੇ ਭਗਵੰਤ ਮਾਨ ਦੀ, ਜਿਹੜੇ ਹੋਮ ਮਿਨਿਸਟਰ ਆ, ਕਿ ਇਸ ਤੋਂ ਪਹਿਲਾਂ ਕਿ ਕੋਈ ਇਹੋ ਜਿਹੀ ਇੱਥੇ ਮੁਸੀਬਤ ਖੜੀ ਹੋਏ ਤੇ ਕੇਂਦਰ ਨੂੰ ਇੱਥੇ ਕੋਈ ਕੇਂਦਰੀ ਰਾਜ ਜਾਂ ਹੋਰ ਕਿਸੇ ਕਿਸਮ ਦੀਆਂ ਆਪਣੀਆਂ ਸ਼ਕਤੀਆਂ ਵਧਾ ਕੇ ਪੰਜਾਬ ਦੇ ਉੱਤੇ ਹੋਰ ਕੁੰਡਾ ਮਜ਼ਬੂਤ ਕਰਨ ਦਾ ਮੌਕਾ ਮਿਲੇ। ਤੁਸੀਂ ਲੋਕਾਂ 'ਚ ਭਰੋਸਾ ਪੈਦਾ ਕਰਕੇ, ਲੋਕਾਂ ਨੂੰ ਨਾਲ ਲੈ ਕੇ ਇਸ ਪਰਿਸਥਿਤੀ ਦਾ ਕੋਈ ਜਲਦੀ ਤੋਂ ਜਲਦੀ ਹੱਲ ਕੱਢੋ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਖਵਿੰਦਰ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।